ਅਸੀਂ ਜਾ ਰਹੇ ਸੀ ਜੀ ਰਸਤੇ 'ਚ ਤੇ ਡੋਮੇਲੀ ਪਿੰਡ ਦੇ ਵਿੱਚ ਸਾਨੂੰ ਇੱਕ ਫਲੈਕਸ ਬੋਰਡ ਦੇਖਣ ਨੂੰ ਮਿਲੀ ਹੈ ਜਿੱਥੇ ਭਾਜਪਾ ਅਕਾਲੀ ਕਾਂਗਰਸ ਮੰਤਰੀ MP MLA ਦਾ ਪਿੰਡ ਵਿੱਚ ਦਾਖਲ ਹੋਣਾ ਸਖਤ ਮਨਾ। ਸੋ ਇੱਦਾਂ ਦੇ ਫਲੈਕਸਾਂ ਜਿਹੜੀਆਂ ਲੱਗੀਆਂ ਨੇ, ਜਿਹੜਾ ਕਿਸਾਨਾਂ ਦੇ ਨਾਲ ਖੜੂ ਉਹੀ ਪਿੰਡ ਵਿੱਚ ਵੜੂ। ਸੋ ਇਹ ਸਾਡੇ ਪਿੰਡਾਂ ਦੀ ਮੈਂ ਸਮਝਦਾ ਇਹ ਆਵਾਜ਼ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ, ਜਿੱਥੇ ਸਾਨੂੰ ਜਗ੍ਹਾ ਜਗ੍ਹਾ ਦੇ ਉੱਤੇ ਝੰਡੇ ਤੇ ਪੋਸਟਰ ਮਿਲਦੇ ਨੇ। ਸੋ ਡੋਮੇਲੀ ਪਿੰਡ ਇਹਦਾ ਵੀ ਮੈਂ ਸਮਝਦਾ ਬੜਾ ਵੱਡਾ ਯੋਗਦਾਨ ਹੈ, ਬੜਾ ਨਾਮਵਰ ਨਗਰ ਹੈ। ਸੋ ਡੋਮੇਲੀ ਵਾਲੇ ਮਹਾਂਪੁਰਖਾਂ ਦਾ ਇਹ ਨਗਰ ਤੇ ਆਪਾਂ ਦੇਖ ਸਕਦੇ ਹਾਂ ਕਿ ਘਰਾਂ ਦੇ ਉੱਤੇ ਝੰਡੇ ਲੱਗੇ ਹੋਏ ਨੇ। ਅਸੀਂ ਪਹੁੰਚੇ ਹਾਂ ਜੀ ਰੰਧਾਵਾ ਪਿੰਡ, ਜਿੱਥੇ ਕਿ ਸ਼ੂਗਰ ਮਿਲ ਵੀ ਆ ਦਸੂਹੇ ਦੇ ਨਜ਼ਦੀਕ ਜੋ ਇਹ ਪਿੰਡ ਹੈਗਾ, ਉੱਥੇ ਪਹੁੰਚੇ ਹਾਂ। ਇੱਥੋਂ ਦਾ ਇੱਕ ਕਿਸਾਨ ਹਿਤੈਸ਼ੀ ਕਹਿ ਲਈਏ ਨਿਰਮਲ ਸਿੰਘ, ਉਹਦੇ ਘਰ ਚੱਲੇ ਆ। ਇਸ ਸੰਘਰਸ਼ ਦੇ ਲੇਖੇ ਜਿਨ੍ਹਾਂ ਦੀ ਜਾਨ ਲੱਗੀ ਹੈ, ਉਹਨਾਂ ਦੇ ਵਿੱਚੋਂ ਕਈ ਪਰਿਵਾਰ ਤਾਂ ਐਸੇ ਨੇ ਕਿ ਜਿਹੜੇ ਬਿਲਕੁਲ ਹੀ ਕਹਿ ਲਈਏ ਆਰਥਿਕ ਪੱਖੋਂ ਬਹੁਤ ਕਮਜ਼ੋਰ। ਇਹਦੇ ਮਾਤਾ ਪਿਤਾ ਨਹੀਂ ਸਨ ਪਹਿਲਾਂ ਹੀ, ਇੱਕ ਭੈਣ ਉਹ ਵੀ ਵਿਡੋ ਹੈ, ਇੱਕ ਹੋਰ ਛੋਟਾ ਭਰਾ ਹੈ ਉਹ ਕੁਆਰਾ ਅਜੇ। ਤੇ ਇੱਥੇ ਇਲਾਕੇ ਦੇ ਜਿਹੜੇ ਕਿਸਾਨ ਸੀ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ, ਜਿਹੜੇ ਸਾਡੇ ਨਾਲ ਵੀ ਆਏ ਨੇ। ਸੋ ਜਦੋਂ ਇੱਥੇ 19 ਤਰੀਕ ਨੂੰ 19 ਜਨਵਰੀ ਨੂੰ ਜੋ ਹੈ ਇਹਦੀ ਉੱਥੇ ਸਿੰਘੂ ਬਾਰਡਰ 'ਤੇ ਡੈਥ ਹੁੰਦੀ ਹੈ, ਉੱਥੋਂ ਇਹਦੀ ਜਦੋਂ ਇੱਥੇ ਡੈਡ ਬੋਡੀ ਲੈ ਕੇ ਆਉਂਦੇ ਨੇ ਤੇ ਦੱਸਦੇ ਨੇ ਕਿ ਹਾਲਾਤ ਇਵੇਂ ਦੇ ਸੀ ਕਿ ਘਰ ਦੇ ਵਿੱਚ ਕਿਸੇ ਆਏ ਗਏ ਨੂੰ ਚਾਹ ਪਿਆਉਣ ਦਾ ਵੀ ਇੰਤਜ਼ਾਮ ਨਹੀਂ ਸੀ। ਸੋ ਐਸੇ ਨੌਜਵਾਨ ਜਿਹੜੇ ਨੇ ਉਹ ਇਸ ਸੰਘਰਸ਼ ਦੇ ਲੇਖੇ ਲੱਗੇ ਨੇ। ਘਰ ਹੈ ਜੀ ਇੱਕ ਸਾਧ ਮੁਰਾਦਾ ਜਿਹਾ ਆਪਾਂ ਦੇਖ ਸਕਦੇ ਹਾਂ ਕਿ ਇਹ ਨਿਰਮਲ ਸਿੰਘ ਦਾ ਘਰ ਹੈ, ਜਿਹਦੀ ਕਿ ਇੱਕ ਸੰਘਰਸ਼ ਦੇ ਲੇਖੇ ਜਿੰਦ ਲੱਗੀ ਹੈ। ਇਹ ਤਸਵੀਰ ਹੈ ਉਹਦੀ, ਆਹ ਤਸਵੀਰ ਆਪਾਂ ਦੇਖ ਸਕਦੇ ਹਾਂ ਨਿਰਮਲ ਸਿੰਘ ਦੀ। ਇਹਨਾਂ ਦਾ 1984 ਦਾ ਬਰਥ ਹੈ ਤੇ 2021 ਦੇ ਵਿੱਚ ਡੈਥ ਹੁੰਦੀ ਹੈ। ਇਹ ਪਰਿਵਾਰ ਹੈ, ਇਹ ਉਹਨਾਂ ਦੀ ਭੈਣ ਜੀ ਹੈ, ਇਹ ਭਰਾ ਹੈ ਉਹਨਾਂ ਦਾ। ਸੋ ਇਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਹਾਂ। ਕਦੋਂ ਗਏ ਸੀ ਕਿਸਾਨ ਮੋਰਚੇ ਦੇ ਉੱਤੇ? ਸਰ 15 ਤਰੀਕ ਨੂੰ ਗਏ ਸੀ ਘਰੋਂ ਜੀ। ਅੱਛਾ ਜੀ। ਹਾਂਜੀ, ਫਿਰ 19 ਤਰੀਕ ਨੂੰ ਪਤਾ ਲੱਗਾ ਜੀ ਉੱਥੇ ਅਟੈਕ ਹੋ ਗਿਆ ਜੀ, ਉਹਨੂੰ ਜਾ ਕੇ ਤੜਕੇ ਪਤਾ ਲੱਗਾ ਜੀ ਸਰ ਮੈਨੂੰ ਕਿ ਤੇਰਾ ਭਰਾ ਪੂਰਾ ਹੋ ਗਿਆ ਸਰ। ਹਾਂਜੀ। ਅੱਛਾ, ਤੇ ਕਿੱਥੇ ਸਿੰਘੂ ਬਾਰਡਰ ਤੇ ਗਏ ਸੀ? ਹਾਂਜੀ, ਸਿੰਘੂ ਬਾਰਡਰ ਸਰ। ਅੱਛਾ, ਕਿੰਨਾਂ ਦੀਆਂ ਤੇ ਹੋਰ ਵੀ ਨਾਲ ਇੱਥੋਂ ਟਰਾਲੀਆਂ ਤੇ ਗਏ ਸੀ ਜਾਂ ਹਾਂਜੀ ਕਿਵੇਂ? ਸਰ ਜੀ, ਜਰਾਓ ਦੇ ਟਰੈਲੀਆਂ ਗਿਆ ਸੀਗਾ ਜੀ ਨਾਲ, ਜਰਾਓ ਦੇ ਟਰੈਲੀ ਟੂ ਪਲਾਜੇ ਤੋਂ ਗਿਆ ਸੀਗਾ ਜੀ। ਅੱਛਾ, ਹਾਂਜੀ। ਟੋਲ ਪਲਾਜ਼ੇ ਤੋਂ ਟਰਾਲੀਆਂ ਜਿਹੜੀਆਂ ਗਈਆਂ ਸੀ ਉਹਨਾਂ ਦੇ ਵਿੱਚ ਇਹ ਨੌਜਵਾਨ ਗਿਆ ਸੀ। 19 ਜਨਵਰੀ ਨੂੰ ਇਹਦੇ ਉੱਥੇ ਦੀ ਡੈਥ ਹੁੰਦੀ ਹੈ ਤੇ ਕੁਝ ਦਿਨ ਉੱਥੇ ਟੋਲ ਪਲਾਜ਼ੇ ਤੇ ਰਿਹਾ। ਸੋ ਤੁਹਾਡਾ ਕੀ ਨਾਮ? ਹਾਂਜੀ, ਕਮਲੇਸ਼। ਸੋ ਇਹ ਭੈਣ ਜੀ ਨੇ ਉਹਨਾਂ ਦੇ ਨਿਰਮਲ ਸਿੰਘ ਦੇ।
ਤੇ ਮੈਂ ਸਮਝਦਾ ਕਿ ਬੜਾ ਹੀ ਸੰਘਰਸ਼ੀਲ ਪਰਿਵਾਰ ਆਪਾਂ ਕਹਿ ਸਕਦੇ ਹਾਂ। ਇਹ ਉਹਨਾਂ ਦਾ ਚੁੱਲ੍ਹਾ ਚੌਂਕਾ ਕਹਿ ਸਕਦੇ ਹਾਂ। ਤੇ ਕੁਝ ਛੋਟਾ ਜਿਹਾ ਘਰ ਪਰਿਵਾਰ ਹੈ। ਸੋ ਮਾਤਾ ਪਿਤਾ ਪਹਿਲਾਂ ਹੀ ਨਹੀਂ ਹੈ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ। ਤੇ ਹੋਰ ਘਰ ਪਰਿਵਾਰ ਚ ਕੌਣ ਕੌਣ ਹੈ ਜੀ ਤੁਹਾਡੇ? ਮੈਂ ਹੀ ਜੀ ਇਕੱਲਾ ਹੀ ਹਾਂ ਜੀ। ਅੱਛਾ ਜੀ। ਹਾਂਜੀ ਹਾਂਜੀ। ਤੇ ਤੁਹਾਡੀ ਵੀ ਡੈਥ ਆਪਣੀ ਤੁਹਾਡੀ ਸ਼ਾਦੀ ਹੋਈ ਹੈ? ਨਹੀਂ ਜੀ ਨਹੀਂ ਮੈਡਮ ਅੱਛਾ। ਸੋ ਇਹ ਭਰਾ ਆ ਤੇ ਇੱਕ ਭੈਣ ਆ। ਤੇ ਸੰਗਤ ਸਾਹਿਬ ਵੇਖੋ ਕੈਸੇ ਜਿਹੜੀਆਂ ਜਿੰਦਾਂ ਲੇਖੇ ਲੱਗੀਆਂ ਨੇ। ਆਪਾਂ ਇੱਥੇ ਪਹੁੰਚੇ ਆ ਤੇ ਬਿਲਕੁਲ ਜੀ। ਗੱਲ ਤਾਂ ਇਹ ਹੈ ਜੀ, ਜਿਹੜਾ ਇਹ ਸਾਰਾ ਕੁਝ ਹੋਇਆ ਜੀ, ਬਈ ਇਸ ਸਿਸਟਮ ਦੇ ਵਿੱਚ ਜਿੱਥੇ ਉੱਥੇ ਲੋਕੀ ਬੈਠੇ ਆ ਬੇਇਲਾਜੇ ਜਿਹੜੇ ਮਰ ਰਹੇ ਆ, ਉੱਥੇ ਕੋਈ ਸਹੂਲਤ ਨਹੀਂ ਹੈਗੀ ਜੀ। ਵੀ ਜੇ ਐਮਰਜੈਂਸੀ ਤੁਸੀਂ ਕਿਤੇ ਦੀ ਤਬੀਅਤ ਵਿਗੜਦੀ ਆ ਤਾਂ ਤੁਸੀਂ ਉੱਥੇ ਕੁਝ ਇਹੋ ਜਿਹਾ ਲੈ ਜਾਓ, ਕੋਈ ਲਾਗੇ ਸਰਕਾਰ ਦਾ ਕੋਈ ਹਸਪਤਾਲ ਦਾ ਹੋਵੇ ਜਾਂ ਕੋਈ ਹੋਰ ਹੋਵੇ। ਉੱਥੇ ਸਾਰਾ ਹੀ ਅਸਲ ਦੇ ਵਿੱਚ ਜਿਹੜਾ ਘਟਨਾਕ੍ਰਮ ਚੱਲ ਰਿਹਾ ਬਗਾਨੇ ਲੋਕਾਂ ਦੇ ਨਾਲ, ਜਿੱਦਾਂ ਕੋਈ ਵਿਹਾਰ ਕੀਤਾ ਜਾਂਦਾ ਇਸੇ ਤਰ੍ਹਾਂ ਦਾ ਜੀ। ਜਦੋਂ ਸਮਾਜ 'ਚ ਕੋਈ ਇਹੋ ਜਿਹੀ ਘਟਨਾ ਘਟਦੀ ਆ, ਇਹ ਸਰਕਾਰਾਂ ਨੂੰ ਬੇਪਰਦ ਕਰਕੇ ਰੱਖ ਦਿੰਦੀਆਂ ਕਿ ਜਿਹੜਾ ਇੱਥੋਂ ਦੇਖੋ ਲੋਕਾਂ ਨੂੰ ਆਪਣੀਆਂ ਜਾਇਦਾਦਾਂ ਜ਼ਮੀਨਾਂ ਬਚਾਉਣ ਲਈ ਸੰਘਰਸ਼ ਕਰਨਾ ਪੈ ਰਿਹਾ, ਆਪਣੀ ਜ਼ਿੰਦਗੀ ਤੋਰਨ ਨੂੰ ਸੰਘਰਸ਼ ਕਰਨਾ ਪੈ ਰਿਹਾ। ਮੈਨੂੰ ਤਾਂ ਇਹ ਵੀ ਲੱਗਦਾ ਵੀ ਇਹ ਚਲੋ ਪਰਿਵਾਰ ਤੋਂ ਹੋਰ ਜਾਣਕਾਰੀ ਮਿਲ ਜੂ, ਕੋਈ ਬਹੁਤੀ ਜ਼ਿਆਦਾ ਜ਼ਮੀਨ ਵੀ ਇਹਨਾਂ ਦੀ ਹੋਣੀ ਨਹੀਂ। ਹਾਂਜੀ ਹਾਂਜੀ ਹਾਂਜੀ। ਵੀ ਜਿਹੜੇ ਇਹ ਜਿਹੜੇ ਛੋਟੇ ਪਰਿਵਾਰ ਆ ਜਿਹੜੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਰਹੇ ਆ, ਸਰਕਾਰਾਂ ਵੋਟਾਂ ਵੇਲੇ ਦਾਅਵੇ ਹੋਰ ਕੁਝ ਕਰਦੀਆਂ ਜੀ, ਤੇ ਜਦੋਂ ਗਾਹਾਂ ਗੱਲ ਤੁਰਦੀ ਆ ਉਦੋਂ ਇਹ ਜਿਹੜੇ ਲੋਕ ਆ ਜਿਹੜੇ ਜੀ ਉਹ ਜਿਨ੍ਹਾਂ ਦੇ ਮਤਲਬ ਗੁਜ਼ਾਰੇ ਜੋਗੀ ਜ਼ਮੀਨ ਹੈ ਨਹੀਂ ਜਾਂ ਹੋਰ ਸਾਧਨ ਹੈ ਨਹੀਂ, ਜਿਹੜੇ ਅਸਲ ਇਹ ਲੜਾਈ ਲੜਨ ਜਾ ਰਹੇ ਆ, ਉਹਨਾਂ ਦੀਆਂ ਜਿਹੜੀ ਮਦਦ ਕਰਨੀ ਹੋਰ ਕਰਨੀ, ਕਹਿਣਾ ਇਹ ਕਹਿ ਦੇਣਾ ਬਗਾਨਗੀ ਨਾਲ ਦਰਸਾਉਣੀ ਕਿ ਇਹ ਤਾਂ ਘਰ ਵੀ ਮੌਤ ਹੋ ਸਕਦੀ ਸੀ, ਹੋਰ ਵੀ ਹੋ ਸਕਦੀ। ਕਿਉਂ ਹੋ ਸਕਦੀ ਸੀ ਜੀ? ਜਦੋਂ ਤੁਸੀਂ ਕਹਿੰਦੇ ਵੀ ਅਸੀਂ ਇੱਥੇ ਸਰਕਾਰ ਬਣਦੀ ਆ, ਜਦੋਂ ਲੋਕਾਂ ਦੀਆਂ ਸਿਹਤ ਸਹੂਲਤਾਂ ਦਿੰਦੀ ਆ, ਉਹਨਾਂ ਦੀ ਜਿਹੜੀ ਸਾਰਾ ਕੁਝ ਰਾਖੀ ਕਰਨੀ ਹੁੰਦੀ ਆ ਜੀ, ਸਰਕਾਰਾਂ ਨੇ ਕਰਨਾ ਹੁੰਦਾ। ਇਹ ਜਿਹੜੇ ਸਾਰੇ ਪ੍ਰਬੰਧ ਕਰਨੇ ਹੁੰਦੇ ਆ, ਜੇ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਨਹੀਂ ਇਹ ਪੂਰਾ ਕਰ ਸਕਦੀਆਂ ਤਾਂ ਅਸੀਂ ਕਹਿੰਦੇ ਪ੍ਰਬੰਧ ਦੀ ਕਮੀ ਗਿਣੀ ਜਾਣੀ ਚਾਹੀਦੀ ਹੁੰਦੀ ਵੀ ਪ੍ਰਬੰਧ ਦੇ ਵਿੱਚ ਖੋਟ ਆ ਜਿਹੜਾ ਇਹ ਕਰ ਨਹੀਂ ਸਕਿਆ। ਹੁਣ ਨੌਜਵਾਨ ਘਰੋਂ ਚੰਗੇ ਭਲੇ ਗਏ, ਮੋਰਚਿਆਂ ਤੇ ਗਏ, ਜਾਂ ਹੋਰ ਜਿਹੜੇ 200 ਤੋਂ ਵੱਧ ਜਿਹੜੇ ਉੱਥੇ ਜਾਨਾਂ ਗਵਾਏ, ਉਹ ਘਰੋਂ ਤਾਂ ਚੰਗੇ ਭਲੇ ਗਏ ਸੀ, ਕੋਈ ਮੰਜਿਆਂ ਤੇ ਪਾ ਕੇ ਤਾਂ ਨਹੀਂ ਉਹਨਾਂ ਨੂੰ ਕੋਈ ਲੈ ਕੇ ਗਿਆ ਸੀ। ਤੇ ਉੱਥੇ ਜਾ ਕੇ ਜਿਹੜੀਆਂ ਹੈਗੀਆਂ ਵੀ ਜਿਹੜੀਆਂ ਮੌਤਾਂ ਹੋ ਜਾਂਦੀਆਂ ਵੀ ਉੱਥੇ ਦਾ ਮਤਲਬ ਪਾਣੀ ਨਹੀਂ ਚੰਗਾ, ਉੱਥੇ ਰਹਿਣ ਸਹਿਣ ਦੀਆਂ ਸਹੂਲਤਾਂ ਨਹੀਂ ਚੰਗੀਆਂ, ਕੋਈ ਟਰਾਲੀਆਂ 'ਚ ਪੱਕੀਆਂ ਸੜਕਾਂ ਦੇ ਉੱਥੇ ਥੱਲੇ ਪਏ ਆ। ਮਤਲਬ ਇਹ ਜਿਹੜਾ ਸਾਰਾ ਕੁਝ ਸਰਕਾਰ ਨੇ ਕਰਨਾ, ਜੇ ਅੰਦੋਲਨਕਾਰੀ ਆ ਇੱਕ ਪਾਸੇ ਤਾਂ ਤੁਸੀਂ ਇਹ ਕਹਿੰਦੇ ਜੀ ਵੀ ਤੁਹਾਨੂੰ ਗੱਲ ਕਰਨ ਦੀ ਆਜ਼ਾਦੀ ਆ, ਤੁਹਾਨੂੰ ਆਪਣੇ ਅੰਦੋਲਨ ਕਰਨ ਦਾ ਹੱਕ ਆ, ਦੂਸਰੇ ਪਾਸੇ ਤੁਸੀਂ ਇਹਨਾਂ ਦੇ ਨਾਲ ਇਸ ਹੱਦ ਤੱਕ ਬੇਗਾਨੀ ਦਾ ਅਹਿਸਾਸ ਕਰੋ ਜਾਂ ਉਹਨਾਂ ਬਾਰੇ ਇਹੋ ਜਿਹੀਆਂ ਗੱਲਾਂ ਕਰੋ ਕਿ ਇਹਦਾ ਘਰ ਵੀ ਮੌਤ ਹੋ ਸਕਦੀ ਸੀ। ਅਸੀਂ ਤਾਂ ਇਹਨਾਂ ਦਾ ਮੌਤਾਂ ਦਾ ਕੋਈ ਹਿਸਾਬ ਨਹੀਂ ਰੱਖ ਰਿਹਾ, ਕੁਛ ਨਹੀਂ ਇਸ ਤੇ ਕਰਨਾ। ਇਹ ਮਤਲਬ ਇਸ ਸਿਸਟਮ ਦਾ ਉੱਤੋਂ ਪਰਦਾ ਚੱਕਦਾ ਵੀ ਸਿਸਟਮ ਜਿਹੜਾ ਆ ਇਹ ਕਿਹਨਾਂ ਲੋਕਾਂ ਲਈ ਆ ਜੀ, ਜਿਹਨੂੰ ਕਿਹਾ ਜਾਂਦਾ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਆ, ਇੱਥੇ ਆਜ਼ਾਦੀ ਆ, ਇਹ ਕਿਹਨਾਂ ਲੋਕਾਂ ਦੇ ਲਈ ਜਿਹੜਾ ਇਹ ਸਾਰਾ ਜਿਹੜਾ ਸਿਸਟਮ ਆ ਕਿਹਦੀ ਸੇਵਾ ਕਰ ਰਿਹਾ ਜੀ? ਇਹ ਸਾਰੇ ਸਵਾਲ ਆ, ਜਿਹੜੇ ਬਹੁਤ ਸਾਰੇ ਸਵਾਲ ਖੜੇ ਆ, ਜਿਹੜੇ ਅਜੇ ਅਸੀਂ ਕਹੀਏ ਵੀ ਇਹ ਸਾਰੇ ਇਹਦੇ ਗਰਭ ਦੇ ਵਿੱਚ ਆ, ਜਾਂ ਇਹ ਅੰਦੋਲਨ ਨੇ ਜਾ ਕੇ ਇਹ ਗੱਲਾਂ ਸਾਫ਼ ਤੇ ਸਪਸ਼ਟ ਕਰ ਦੇਣੀਆਂ ਵੀ ਮਤਲਬ ਜਿਹਨੂੰ ਇੱਕ ਪਾਸੇ ਅੰਨਦਾਤਾ ਕਹਿੰਦੇ ਆ, ਅੰਨਦਾਤੇ ਦੇ ਨਾਲ ਜਿਹਨੇ ਸਾਰੇ ਮੁਲਕ ਦਾ ਢਿੱਡ ਭਰਿਆ, ਉਹਦੇ ਨਾਲ ਬਿਹਾਰ ਕਿਸ ਕਿਸਮ ਦਾ ਹੋ ਰਿਹਾ? ਮਜ਼ਦੂਰ ਪਰਿਵਾਰਾਂ 'ਚੋਂ ਲੋਕ ਜਾ ਰਹੇ ਆ ਤੇ ਉਹਨਾਂ ਦੇ ਜਿਹੜੀ ਹੈਗੀ ਆ ਮਤਲਬ ਕੰਮ ਦੀ ਗਰੰਟੀ ਨਹੀਂ ਹੋ ਰਹੀ, ਕੰਮ ਦੀ ਗਰੰਟੀ ਨਹੀਂ ਹੈਗੀ, ਉਹਨਾਂ ਨੂੰ ਦਿਹਾੜੀ ਨਹੀਂ ਮਿਲ ਰਹੀ। ਇਹ ਗਿਆ ਪਰਿਵਾਰ, ਇਹ ਮਤਲਬ ਉੱਥੋਂ ਮੌਤ ਦਾ ਜਿਹੜਾ ਸ਼ਿਕਾਰ ਹੋ ਕੇ ਘਰ ਨੂੰ ਆ ਗਿਆ। ਹੁਣ ਜਿਹੜੀ ਗਾਹਾਂ ਸਰਕਾਰ ਇਸ ਪਰਿਵਾਰ ਨੂੰ ਕਿੱਦਾਂ ਸਾਂਭਦੀ ਆ, ਕੀ ਕਰਦੀ ਆ, ਇਹਨੂੰ ਕਰਨੀ ਚਾਹੀਦੀ ਹੈਲਪ ਜੀ। ਜੇ ਇਹ ਨਹੀਂ ਕਰਦੀ ਤਾਂ ਇਹ ਅਸਲ ਦੇ ਵਿੱਚ ਇਹ ਹੋਰ ਵੀ ਵੱਡਾ ਜਿਹੜੀ ਹੈਗੀ ਆ ਨਾਕਾਮੀ ਜਿਹੜੀ ਇਹ ਸਾਬਤ ਕਰੂਗੀ ਜੀ। ਬਿਲਕੁਲ ਜਿਹੜਾ ਕੇਂਦਰ ਸਰਕਾਰ ਦਾ ਰਵੱਈਆ ਆਪਾਂ ਦੇਖ ਹੀ ਸਕਦੇ ਆ। ਸੋ ਨਿਰਮਲ ਸਿੰਘ ਸ਼ਹੀਦ ਕਿਸਾਨ ਸੰਘਰਸ਼ ਹੈ ਨਾ, ਤੇ ਤੁਹਾਡੀ ਜ਼ਮੀਨ ਹੈਗੀ ਹੈ ਜੀ? ਹਾਂਜੀ 2 ਕਨਾਲਾਂ ਜ਼ਮੀਨ ਹੈ ਜੀ। 2 ਕਨਾਲਾਂ? ਹਾਂਜੀ 2 ਕਨਾਲਾਂ ਜ਼ਮੀਨ ਹੈ ਜੀ। ਸੋ 2 ਕਨਾਲਾਂ ਜ਼ਮੀਨ ਹੈ ਤੇ ਤੁਸੀਂ 2 ਹੀ ਭਰਾ ਸੀ? ਹਾਂਜੀ 2 ਭਰਾ ਜੀ। ਤੇ ਭੈਣ?
ਭੈਣ ਸੀ, ਵੱਡੀ ਭੈਣ ਸੀ ਹਾਂਜੀ, ਉਹਦੀ ਮੈਰਿਜ ਹੋ ਗਈ ਸੀ ਹਾਂਜੀ। ਅੱਛਾ ਜੀ। ਹਾਂਜੀ ਸੋ ਇਹ ਇੱਥੇ ਆਪਾਂ ਦੇਖ ਸਕਦੇ ਹਾਂ ਕਿ 2 ਕਨਾਲਾਂ ਜ਼ਮੀਨ ਆ ਤੇ 2 ਕਨਾਲਾਂ ਵਾਲੇ ਵੀ ਵੇਖੋ ਉਹਨਾਂ ਮੋਰਚਿਆਂ ਤੇ ਜਾ ਕੇ ਸ਼ਹੀਦੀਆਂ ਦੇ ਰਹੇ ਨੇ। ਸੋ ਸਾਡੇ ਹਾਂਜੀ ਇੱਕ ਨਾਲ ਹਿੱਸੇ ਆਈ ਇੱਕ ਬੰਦੇ ਇੱਕ ਕਨਾਲ ਹਿੱਸੇ ਆਈ। ਇੱਥੋਂ ਦੇ ਪੰਚ ਸਾਹਿਬ ਸਾਡੇ ਨਾਲ ਨੇ। ਤੁਹਾਡਾ ਕੀ ਨਾਮ ਜੀ? ਮੇਰਾ ਸਾਬੀ ਨਾਂ ਜੀ। ਅੱਛਾ ਜੀ। ਤੇ ਇਸ ਪਰਿਵਾਰ ਦੇ ਬਾਰੇ ਕੀ ਦੱਸਣਾ ਗਰੀਬ ਚਾਹੋ? ਪਰਿਵਾਰ ਆ ਜੀ ਸਰ, ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਦੇਖੋ ਜੀ, ਇਹ ਮੋਦੀ ਸਰਕਾਰ ਨੂੰ ਇਦਾਂ ਵੀ ਠੋਕਣਾ ਚਾਹੀਦਾ, ਅਸੀਂ ਤਾਂ ਕਹਿੰਦੇ ਠੋਕ ਕੇ ਕਰੋ। ਤੇ ਦੇਖੋ ਕਿਦਾਂ ਵਿਚਾਰਾ ਗਰੀਬ ਗਿਆ ਸੀ, ਤੇ ਅਮੀਰ ਤਾਂ ਨਹੀਂ ਗਾ, ਜਿਹੜਾ ਅਮੀਰ ਤਾਂ ਜਾਂਦੇ ਨਹੀਂ ਗੇ ਜੀ, ਗਰੀਬ ਜਾਂਦੇ ਆ ਜੀ ਉੱਥੇ। ਤੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸਰ। ਠੀਕ ਹੈ ਸਰ। ਬਿਲਕੁਲ, ਇਹ ਮਦਦ ਕਰਨ ਦੇ ਵਾਸਤੇ ਹੀ ਸੰਗਤ ਏਡ ਅੱਜ ਇੱਥੇ ਪਹੁੰਚੀ ਹੈ। ਸਾਡੇ ਨਾਲ ਹਰਪਾਲ ਸਿੰਘ ਸੰਘਾ ਜੀ ਮੌਜੂਦ ਨੇ, ਹੋਰ ਵੀ ਇਸ ਸੰਘਰਸ਼ ਨੂੰ ਸਮਰਪਿਤ ਜਿਹੜੀਆਂ ਸ਼ਖਸੀਅਤਾਂ ਨੇ ਉਹ ਸਾਡੇ ਨਾਲ ਨੇ, ਕਿਉਂਕਿ ਟੋਲ ਪਲਾਜ਼ੇ ਤੋਂ ਗਏ ਸੀ। ਹਾਂਜੀ, ਸੋ ਟੋਲ ਪਲਾਜ਼ੇ ਦੇ ਉੱਤੇ ਵੀ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈ ਮੋਰਚਾ ਲੱਗਾ ਹੋਇਆ। ਸੋ ਆ ਭਾਈ ਸਾਹਿਬ ਨਾਲ ਗੱਲ ਕਰਦੇ। ਹਾਂਜੀ, ਤੁਹਾਡਾ ਕੀ ਨਾਮ ਜੀ? ਗੁਰਦੀਪ ਸਿੰਘ ਖੁਣ ਜੀ। ਅੱਛਾ ਜੀ। ਤੇ ਇਹ ਜਿਹੜੀ ਟਰਾਲੀ ਗਈ ਸੀ ਟੋਲ ਪਲਾਜ਼ੇ ਤੋਂ ਗਈ ਸੀ ਜਿਹਦੇ 'ਚ ਇਹ ਗਿਆ ਸੀ? ਇਹ ਇੱਥੋਂ ਗਈ ਸੀ ਜੀ, ਟੂਲ ਰੰਧਾਵੇ। ਚਾਏ ਵਾਲੇ ਤੋਂ? ਰੰਧਾਵੇ। ਅੱਛਾ ਜੀ। ਆ ਜਿਹੜਾ ਪਿੱਛੇ ਟੋਲ ਪਲਾਜ਼ਾ? ਹਾਂਜੀ ਹਾਂਜੀ। ਅੱਛਾ, ਇਸ ਟੋਲ ਪਲਾਜ਼ੇ ਤੋਂ ਟਰਾਲੀ ਗਈ ਸੀ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਪਰਿਵਾਰ ਦੇ ਬਾਰੇ? ਤੁਸੀਂ ਜਦੋਂ ਉਹਦੀ ਮੈਂ ਤਾਂ ਜਿਸ ਦਿਨ ਮੈਨੂੰ ਪਤਾ ਲੱਗਾ ਜੀ, ਮੈਂ ਉਸ ਦਿਨ ਸੰਸਕਾਰ ਤੇ ਆ ਗਿਆ ਸੀ ਇੱਥੇ, ਤੇ ਮੈਂ ਉਹ ਦੇਖ ਨਹੀਂ ਸਕਿਆ ਉਹਨੂੰ। ਉਹਲਾ ਮਤਲਬ ਉਹ ਚਿਖਾ ਦੇ ਵਿੱਚ ਚਿਣ ਦਿੱਤਾ ਸੀ, ਤੇ ਅਸੀਂ ਜਾ ਕੇ ਉੱਥੇ ਜਿਹੜਾ ਸੰਸਕਾਰ ਹੋਇਆ ਰਹੇ ਉੱਥੇ। ਉਹ ਤੋਂ ਬਾਅਦ ਮੈਂ ਜਿਹੜਾ ਘਰ ਆ ਕੇ ਦੇਖਿਆ ਤੇ ਮੇਰਾ ਬਹੁਤ ਮਨ ਭਰ ਗਿਆ, ਤੇ ਮੇਰੇ ਜੇਬ 'ਚ 5000 ਰੁਪਈਆ ਸੀ ਜੀ। ਅਸੀਂ ਉਸ ਵੇਲੇ ਗੁਰਦੁਆਰਾ ਸਾਹਿਬ ਜਾ ਕੇ ਦੇ ਦਿੱਤਾ ਸੀ। ਅਸੀਂ ਕਿਹਾ ਤੁਹਾਡੀ ਮਦਦ ਅਸੀਂ ਹੋਰ ਵੀ ਕਰਾਂਗੇ। ਫਿਰ ਅਸੀਂ ਭੋਗ 'ਤੇ ਆਏ। ਅਸੀਂ ਲਾਚੋਵਾਲ ਟੂਲ ਪਲਾਜ਼ੇ ਵੱਲੋਂ ਆਜ਼ਾਦ ਸੰਘਰਸ਼ ਕਮੇਟੀ ਵੱਲੋਂ 20000 ਰੁਪਇਆ ਦੇ ਕੇ ਗਏ ਸੀ, ਜਿੰਨਾ ਕੁ ਸਾਡੇ ਕੋਲ ਹਿੰਮਤ ਸੀ ਜੀ। ਮੈਂ ਤਾਂ ਇਹ ਕਹਿਣਾ ਚਾਹੂੰਗਾ ਜਿੰਨੀ ਵੀ ਇਹਨਾਂ ਦੀ ਮਦਦ ਹੋ ਸਕੇ, ਕਿਉਂਕਿ ਇਹਨਾਂ ਦੇ ਮਾਂ ਪਿਓ ਵੀ ਨੇ, ਤੇ ਹੁਣ ਤੇ ਜਿਹੜੀਆਂ ਜਥੇਬੰਦੀਆਂ ਜਾਂ ਅਸੀਂ ਲੋਕ ਬੈਠੇ ਆ, ਅਸੀਂ ਮਾਂ ਪਿਓ ਇਹਨਾਂ ਦੇ, ਤੇ ਜਿਹੜੀ ਭੈਣ ਆ ਉਹ ਵਿਧਵਾ ਆ, ਉਹਦੇ 3 ਬੱਚੇ ਆ, ਤੇ ਇਹ ਭਰਾ ਆ, ਤੇ ਇਹ ਸਾਰਾ ਪਰਿਵਾਰ ਜਿਹੜਾ ਆ ਗਰੀਬ ਪਰਿਵਾਰ ਸੀਗਾ ਜੀ ਬਹੁਤ। ਤੇ ਮਦਦ ਤਾਂ ਸਾਰਿਆਂ ਨੇ ਉਦਣ ਵੀ ਕੀਤੀ ਆ ਜੀ। ਸੰਤ ਸੇਵਾ ਸਿੰਘ ਜੀ ਖੇੜਾ ਸਾਹਿਬ ਵਾਲੇ, ਉਹਨਾਂ ਨੇ ਬਾਬਾ ਜੀ ਨੇ ਰਾਮਪੁਰ ਵਾਲਿਆਂ ਨੇ ਕੀਤੀ ਆ ਜੀ, ਤੇ ਨਾਲ ਸਾਰੇ ਟੂਲ ਪਲਾਜ਼ਾ ਤੋਂ ਜਿੰਨੇ ਹੋ ਸਕੇ ਸਾਰਿਆਂ ਨੇ ਕੀਤੀ ਆ ਜੀ। ਅਸੀਂ ਕਹਿੰਦੇ ਜਿੰਨੇ ਵੀ ਹੋ ਸਕੇ ਇਸ ਪਰਿਵਾਰ ਨੂੰ ਅਸੀਂ ਨਾਲ ਆਪਣੇ ਜੋੜ ਕੇ ਰੱਖੀਏ। ਗਰੀਬ ਪਰਿਵਾਰ ਆ ਤੇ ਸਾਡਾ ਫਰਜ਼ ਬਣਦਾ। ਬਾਕੀ ਸਰਕਾਰ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਜਿਹੜੀ ਸਰਕਾਰ ਲਾਰੇ ਲੱਪੇ ਰੱਖਦੀ ਨਾ, ਜੇ ਕੁਝ ਦੇਣਾ ਤਾਂ ਤੁਸੀਂ ਦੇ ਜਾਓ, ਜਿੱਦਾਂ ਸੰਗਤ ਦੇ ਰਹੀ ਆ ਤੁਸੀਂ ਵੀ ਦੇ ਦਿਓ। ਇਹ ਕਿਤੇ ਲਾਰੇ ਲੱਪੇ ਚ ਨਾ ਸਰਕਾਰ ਰੱਖ ਲਵੇ ਇਹਨਾਂ ਨੂੰ। ਉਹਨੂੰ ਜੇ ਕੁਝ ਦੇਣਾ ਹੋਵੇ ਤਾਂ ਦੇ ਦੇਣਾ ਚਾਹੀਦਾ, ਕਿਉਂਕਿ ਇਹ ਪਰਿਵਾਰ ਆਪਣਾ ਥੋੜਾ ਬਹੁਤਾ ਗੁਜ਼ਾਰਾ ਕਰ ਸਕੇ। ਤੇ ਮੇਰੀ ਤਾਂ ਸਾਰਿਆਂ ਨੂੰ ਬੇਨਤੀ, ਜੋ ਤਿਲ ਫੁੱਲ ਸਾਰਿਆਂ ਕੋਲ ਥੋੜਾ ਥੋੜਾ ਬਣਦਾ, ਜਿੱਦਾਂ ਹੋਰ ਨਾ ਥਾਂ ਹੈ ਵੀ ਜਾਣੇ ਅਸੀਂ ਦੇਖਦੇ ਹਾਂ, ਤੇ ਬੜੇ ਲੋਕ ਦੁਖੀ ਆ ਜਿਹੜੇ ਉੱਥੋਂ ਸੱਟਾਂ ਲੱਗ ਜਾਂਦੀਆਂ ਜਾਂ ਸ਼ਹੀਦ ਹੋ ਜਾਂਦੇ ਆ। ਸਾਡਾ ਹੀ ਫਰਜ਼ ਬਣਦਾ ਸੇਵਾ ਕਰਨਾ। ਸੋ ਬਿਲਕੁਲ ਮੈਂ ਸਮਝਦਾ ਕਿ ਇਹ ਜਿਹੜੇ ਪਰਿਵਾਰ ਵੀ ਅਸੀਂ ਕਵਰ ਕੀਤੇ ਨੇ ਹੁਣ ਤੱਕ, ਜਿਨ੍ਹਾਂ ਨੂੰ ਆਪਾਂ ਸੇਵਾ ਪਹੁੰਚਾ ਸਕੇ, ਉਹਨਾਂ ਦੇ ਵਿੱਚੋਂ ਮੈਂ ਸਮਝਦਾ ਕਿ ਜਿਹੜੇ ਬਹੁਤ ਜ਼ਿਆਦਾ ਲੋੜਵੰਦ ਨੇ ਉਹਨਾਂ ਦੇ ਵਿੱਚੋਂ ਸ਼ਾਇਦ ਇਹ ਇੱਕ ਪਰਿਵਾਰ ਹੋਏਗਾ। ਸੋ ਆਪਾਂ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਵਾਸਤੇ ਇੱਥੇ ਪਹੁੰਚੇ। ਸੋ ਇਹ ਜਿਹੜੀ ਸੇਵਾ ਆ, ਸਾਰਿਆਂ ਨੇ ਵਿਚਾਰ ਕੀਤੀ ਕਿ ਘਰ ਦੇ ਵਿੱਚ ਵੈਸੇ ਤਾਂ ਸਾਰੇ ਹੀ ਦੋਨੋਂ ਭੈਣ ਭਰਾ ਜਿਹੜੇ ਬੜੇ ਲੋੜਵੰਦ ਨੇ, ਪਰ ਭੈਣ ਜਿਹੜੀ ਵਿਡੋ, ਤੇ ਉਹਨੂੰ ਇਹ ਸੇਵਾ ਜਿਹੜੀ ਹੈ ਜੋ ਸੰਗਤ ਏਡ ਵੱਲੋਂ ਜਿਹੜੀ ਕੀਤੀ ਗਈ ਆ, ਕਿਉਂਕਿ ਉਹਦੇ 3 ਬੱਚੇ ਨੇ ਤੇ ਵਿਡੋ ਹੋਣ ਕਰਕੇ ਉਹ ਵੀ ਇੱਥੇ ਰਹਿੰਦੀ ਸੀ। ਪਹਿਲਾਂ ਵੀ ਇਹੀ ਭਰਾ ਜਿਹੜੇ ਸੀ ਉਹਦੇ, ਨਿਰਮਲ ਸਿੰਘ ਤੇ ਦੂਸਰਾ ਭਰਾ, ਜਿਹੜੇ ਇਹੀ ਉਹਦਾ ਖਰਚਾ ਪਾਣੀ ਜੋ ਵੀ ਸੀਗਾ ਲੋੜਾਂ ਅਨੁਸਾਰ ਕਰਦੇ ਸੀ। ਤੇ ਹੁਣ ਇਹ ਵਿਚਾਰ ਕਰਕੇ ਪਤਵੰਤਿਆਂ ਦੇ ਨਾਲ, ਪੰਚਾਂ ਦੇ ਨਾਲ ਤੇ ਹੋਰ ਆਂਡੀਆਂ ਗਵਾਂਡੀਆਂ ਨਾਲ ਇਹ ਵਿਚਾਰ ਕੀਤੀ ਗਈ ਕਿ ਉਹ ਜ਼ਿਆਦਾ ਲੋੜਵੰਦ ਨੇ, ਸੋ ਉਹਨਾਂ ਨੂੰ ਇਹ ਸੇਵਾ ਜਿਹੜੀ 1 ਲੱਖ ਦੀ ਇਹਨਾਂ ਦੀ ਭੈਣ ਜਿਹੜੀ ਆ ਉਹਨੂੰ ਦਿੱਤੀ ਗਈ ਹੈ। ਸੋ ਅਸੀਂ ਪ੍ਰਧਾਨ ਸਾਹਿਬ, ਹਾਂਜੀ, ਅਸੀਂ ਇਹ ਜੀ ਸਰਕਾਰ ਤੋਂ ਵੀ ਇਹ ਡਿਮਾਂਡ ਕਰਦੇ ਹਾਂ ਜੀ ਵੀ ਇਹ ਜਿਹੜਾ ਸੀਗਾ ਜੀ ਬੱਚਾ ਜਿਹੜਾ ਉੱਥੇ ਸਿੰਘੂ ਬਾਰਡਰ ਤੇ ਗਿਆ ਸੀ, ਇਹਦੀ ਉੱਥੇ ਮੌਤ ਹੋ ਗਈ ਆ। ਜਿਹੜੇ ਬਾਕੀ ਸਾਰੇ ਜਿਹੜੇ ਸ਼ਹੀਦਾਂ ਨੂੰ ਤੁਸੀਂ ਦੇ ਰਹੇ ਹੋ ਪੈਸੇ, ਉਹ ਇਸ ਪਰਿਵਾਰ ਨੂੰ ਵੀ ਜਿਹੜੇ ਉਹ ਪੈਸੇ ਆ ਉਹ ਮਿਲਣੇ ਚਾਹੀਦੇ ਆ। ਇਹ ਅੱਤ ਦਾ ਗਰੀਬ ਪਰਿਵਾਰ ਆ,
ਜਿਨ੍ਹਾਂ ਦੇ ਕੋਲ ਜ਼ਮੀਨ ਹੈ ਨਹੀਂ, ਕੋਈ ਕਮਾਈ ਦਾ ਹੋਰ ਸਾਧਨ ਹੈ ਨਹੀਂ, ਮਤਲਬ ਇਹਨਾਂ ਦਾ ਜਿਹੜਾ ਕਮਾਉਣ ਵਾਲਾ ਸੀ ਜੀ ਉਹ ਇਹਨਾਂ ਦੇ ਵਿੱਚੋਂ ਤੁਰ ਗਿਆ। ਇਹ ਭੈਣ ਆ ਜਿਹੜੀ ਵਿਧਵਾ ਆ ਜੀ, ਜਿਹਦੇ 3 ਗਾਹਾਂ ਬੱਚੇ ਆ, ਇਹਨਾਂ ਦਾ ਗਾਹਾਂ ਗੁਜ਼ਾਰੇ ਦਾ ਇਹ ਮਸਲਾ ਆ। ਸਰਕਾਰ ਨੂੰ ਛੇਤੀ ਤੋਂ ਛੇਤੀ ਜਿਹੜੀ ਹੈਗੀ ਇਹਨਾਂ ਨੂੰ ਮਦਦ ਆ ਇਹ ਜਿਹੜੀ ਦੇਣੀ ਚਾਹੀਦੀ ਆ। ਅਗਲਾ ਇੱਕ ਹੋਰ ਅਸੀਂ ਮਤਲਬ ਇਹਦਾ ਸੰਗਤ ਟੀਵੀ ਰਾਹੀਂ ਇੱਕ ਹੋਰ ਮਸਲਾ ਲਿਆਉਣਾ ਚਾਹੁੰਦੇ ਆ। ਬਾਹਰਲੇ ਪਾਸੇ ਨਾ ਜੀ ਅੱਜ ਮੈਨੂੰ 2 ਫੋਨ ਆਏ ਜੀ ਅਲੱਗ-ਅਲੱਗ ਥਾਵਾਂ ਤੋਂ, ਇੱਕ ਇੰਗਲੈਂਡ ਤੋਂ ਆਇਆ ਤੇ ਇੱਕ ਅਮਰੀਕਾ ਤੋਂ ਆਇਆ। ਅਮਰੀਕਾ ਵਾਲੇ ਮਾਲਪੁਰ ਤੋਂ ਬੋਲ ਰਹੇ ਸੀ। ਉਹਨਾਂ ਨੇ ਕਿਹਾ ਕਿ ਇਸ ਮੋਰਚੇ ਦੇ ਖਿਲਾਫ ਇੱਥੋਂ ਦੇ ਕੁਝ ਜਿਹੜੇ ਹੈਗੇ ਟੈਲੀਵਿਜ਼ਨ ਆ ਉਹ ਪ੍ਰਚਾਰ ਕਰ ਰਹੇ ਆ, ਜਾਣੇ ਤੌਰ ਤੇ ਉਹਨੂੰ ਮਿੱਥ ਕੇ ਕਿ ਉਹ ਜਿਹੜਾ ਮੋਰਚਾ ਆ ਉਹ ਖਤਮ ਹੋ ਰਿਹਾ। ਉੱਥੇ ਸਿਰਫ ਕੁਝ ਬਜ਼ੁਰਗ ਰਹਿ ਗਏ ਆ, ਬਾਕੀ ਜਿਹੜੇ ਨੌਜਵਾਨ ਆ ਪਿੰਡਾਂ 'ਚ ਨੂੰ ਮੁੜ ਪਏ ਆ। ਇਹ ਸਾਰਾ ਝੂਠਾ ਪ੍ਰਚਾਰ ਆ, ਗਲਤ ਪ੍ਰਚਾਰ ਆ। ਮੋਰਚਾ ਬਿਲਕੁਲ ਉਸੇ ਤਰ੍ਹਾਂ ਹੀ ਕਾਇਮ ਆ ਤੇ ਅਸੀਂ ਪਿੰਡਾਂ ਦੇ ਵਿੱਚੋਂ ਨੌਜਵਾਨ ਜਿਹੜੇ ਇੱਥੋਂ ਸਾਡੇ ਪਿੰਡਾਂ ਦੇ ਵਿੱਚੋਂ ਮੋਰਚੇ ਦੇ ਉੱਤੇ ਡਟ ਕੇ ਜਾ ਰਹੇ ਆ। ਟਰਾਲੀਆਂ ਜਾ ਰਹੀਆਂ ਜੀ, ਸਾਡੇ ਇਸ ਇਲਾਕੇ ਦੇ ਵਿੱਚੋਂ ਟਰਾਲੀਆਂ ਭਰ ਕੇ ਜਾ ਰਿਹਾ, ਲੋਕ ਕਾਰਾਂ 'ਚ ਜਾ ਰਹੇ, ਆਪਣੇ ਸਾਧਨਾਂ ਤੇ ਜਾ ਰਹੇ ਆ। ਇਹੋ ਜਿਹਾ ਜਿਹੜਾ ਪ੍ਰਚਾਰ ਆ ਇਹ ਤੋਂ ਸਾਵਧਾਨ ਰਹਿਣਾ ਚਾਹੀਦਾ। ਇਹਨਾਂ ਦਾ ਸਾਨੂੰ ਸ਼ਿਕਾਰ ਨਹੀਂ ਬਣਨਾ ਚਾਹੀਦਾ। ਇਹ ਜਿਹੜੀ ਹੈਗੀ ਆ ਸਾਰੀ ਘਟਨਾ ਹੈ ਨਿੰਦਣਯੋਗ ਆ। ਇਹ ਸਾਈਕੋਲੋਜੀ ਬਾਹਰ ਜਿਹੜੀ ਇਹ ਸਾਡੇ ਨਾਲ ਕਰ ਰਹੇ ਆ, ਮਤਲਬ ਲੋਕਾਂ ਨੂੰ ਗਮਰਾਹ ਕਰਕੇ ਇਹ ਮੋਰਚੇ ਤੋਂ ਜਿਹੜਾ ਲੋਕਾਂ ਦਾ ਮੂੰਹ ਆ ਮੋੜਨਾ ਚਾਹੁੰਦੇ, ਧਿਆਨ ਭਟਕਾਉਣਾ ਚਾਹੁੰਦੇ ਆ। ਇਹਨਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ। ਆਹ ਜਿਹੜੇ ਗਰੀਬ ਪਰਿਵਾਰ ਇਹੋ ਜਿਹੇ, ਇਹ ਤੁਹਾਡੇ ਜਿਹੜੇ ਤੁਸੀਂ ਇਹਨਾਂ ਦੀ ਮਦਦ ਕਰ ਰਹੇ ਹੋ, ਇਹ ਬਹੁਤ ਹੀ ਜਿਹੜਾ ਸ਼ਲਾਘਾਯੋਗ ਕਦਮ ਆ ਤੇ ਤੁਹਾਨੂੰ ਇਸ ਗੱਲ 'ਤੇ ਹੋਰ ਵੀ ਆਉਣਾ ਚਾਹੀਦਾ। ਪੰਜਾਬ ਦੇ ਹੋਰ ਲੋਕ ਵੀ ਅੱਗੇ ਆ ਰਹੇ ਆ ਤੇ ਇਹਨਾਂ ਦੀ ਮਦਦ ਜਿਹੜੀ ਆ ਇਹ ਹੋਣੀ ਚਾਹੀਦੀ ਆ ਜੀ। ਧੰਨਵਾਦ ਜੀ। ਸੋ ਬਿਲਕੁਲ ਇਹ ਸੰਗਤ ਏਡ ਵੱਲੋਂ ਸਾਰੀਆਂ UK ਯੂਰਪ ਦੀਆਂ ਸੰਗਤਾਂ ਵੱਲੋਂ ਜਿਹੜਾ ਸੇਵਾ ਇਕੱਤਰ ਹੁੰਦੀ ਆ, ਇੱਥੇ ਆਪਾਂ ਇਹਨਾਂ ਲੋੜਵੰਦ ਪਰਿਵਾਰਾਂ 'ਚ ਆ ਕੇ ਜੋ ਹੈ ਇਹ ਸੇਵਾ ਪਹੁੰਚਾਉਂਦੇ ਆ। ਇਹਨਾਂ ਦੇ ਪਰਿਵਾਰ ਦੇ ਬਿਲਕੁਲ ਗੁਆਂਢ ਸਾਡੇ ਭਾਈ ਸਾਹਿਬ ਨੇ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਮੰਗਤ ਰਾਮ ਹੈ। ਅੱਛਾ ਜੀ। ਇਹ ਗੁਆਂਢੀ ਪਰਿਵਾਰ ਜਿਹੜਾ ਮੇਰਾ ਸ਼ੁਰੂ ਤੋਂ ਬਹੁਤ ਕਰੀਬ ਹੈ। ਇਹਨਾਂ ਦੇ ਪਿਓ ਮਰੇ ਨੂੰ ਤਾਂ 20 ਸਾਲ ਹੋ ਗਏ ਜੀ, ਔਰ ਇਹ ਮਾਂ ਮਰੀ ਨੂੰ ਵੀ 8 ਸਾਲ ਹੋ ਗਏ। ਔਰ ਇਹਨਾਂ ਦੀ ਭੈਣ ਆ ਉਹ ਵੀ ਵਿਧਵਾ, ਉਹਦੇ 3 ਬੱਚੇ ਆ। ਉਹ ਭੈਣ ਵੀ ਜ਼ਿਆਦਾਤਰ ਇਹਨਾਂ ਕੋਲ ਹੀ ਰਹਿੰਦੀ ਹੈ। ਤਿੰਨੋਂ ਬੱਚੇ ਇਹਦੇ ਕਮਾਨਯੋਗ ਨਹੀਂ ਹੈ ਜੀ, ਉਹ ਪੜ੍ਹ ਰਹੇ ਹਨ। ਬਾਕੀ ਬਹੁਤ ਜ਼ਿਆਦਾ ਗਰੀਬ ਆਦਮੀ ਹੈ, ਇਹਨਾਂ ਕੋਲ ਪੈਲੀ ਵੀ ਨਹੀਂ ਹੈ, 2-3 ਕਨਾਲਾਂ ਪੈਲੀ ਹੈ, ਬਾਕੀ ਦਿਹਾੜੀ ਟੱਪਾ ਕਰਕੇ ਆਪਣਾ ਗੁਜ਼ਾਰਾ ਕਰਦੇ। ਸੋ ਬਿਲਕੁਲ ਐਸੇ ਸੰਘਰਸ਼ਮਈ ਜੀਵਨ ਜਿਹੜਾ ਪਹਿਲਾਂ ਹੀ ਜੀ ਰਹੇ ਸੀਗੇ ਤੇ ਹੁਣ ਵੀ ਸੰਘਰਸ਼ ਦੇ ਲੇਖੇ ਇਹਨਾਂ ਦੀ ਜਿੰਦ ਲੱਗੀ। ਆਪਾਂ ਪਿੱਛੇ ਵੀ ਗੱਲ ਕਰਕੇ ਆਏ ਸੀ ਸਰਦਾਰ ਸਾਹਿਬ ਹੋਰਾਂ ਨਾਲ ਕਿ ਵੇਖੋ ਥੋੜੀ ਜਿਹੀ ਪੈਲੀ ਮੈਂ ਸਮਝਦਾ ਕਿ ਕਨਾਲਾਂ ਦੇ ਹਿਸਾਬ ਦੇ ਨਾਲ ਉਹਦੇ ਚੋਂ ਕੀ ਖੇਤੀ ਹੋਊਗੀ ਤੇ ਕੀ ਹੋਊਗਾ, ਤੇ ਪਰ ਫਿਰ ਵੀ ਇਹਨਾਂ ਦੀ ਜਜ਼ਬਾ ਵੇਖੋ ਉੱਥੇ ਸੰਘਰਸ਼ ਤੇ ਜਾ ਕੇ ਤੇ ਆਪਣੀ ਜਿੰਦ ਲੇਖੇ ਲਾਈ ਜਾਂਦੇ। ਦੇਖੋ ਜੀ, ਮੈਂ ਤਾਂ ਇਸ ਪਰਿਵਾਰ ਨੂੰ ਸਲੂਟ ਕਰਦਾ, ਸਿਰ ਝੁਕਾ ਕੇ ਇਹਨਾਂ ਨੂੰ ਅਸੀਂ ਸਜਦਾ ਕਰਦੇ ਹਾਂ ਕਿ 2-3 ਕਨਾਲ ਜ਼ਮੀਨ ਆਪਣੀ ਬਚਾਉਣ ਦੀ ਖਾਤਰ ਇਸ ਗੁੰਗੀ ਬੋਲੀ ਸਰਕਾਰ ਦੇ ਖਿਲਾਫ ਇਹਨਾਂ ਬੱਚਿਆਂ ਨੇ ਜਾ ਕੇ ਦਿੱਲੀ ਦੇ ਵਿੱਚ ਜੋ ਸ਼ਹੀਦੀ ਦਿੱਤੀ ਆ, ਇਹ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਜਿਹੜਾ ਮੈਂ ਸਮਝਦਾ ਵੀ ਇਹਨਾਂ ਨੇ ਮਾਣ ਉੱਚਾ ਕੀਤਾ। ਕਿਉਂਕਿ 2-3 ਕਨਾਲ ਜ਼ਮੀਨ ਬਚਾਉਣ ਦੀ ਖਾਤਰ ਇਹ ਮੋਦੀ ਨੂੰ ਸੋਚ ਲੈਣਾ ਚਾਹੀਦਾ ਕਿ ਸਾਡੇ ਜਿਹੜੇ ਬੱਚੇ ਆ ਜਾਂ ਸਾਡੇ ਨੌਜਵਾਨ ਜਿਹੜੇ ਆ ਉਹ ਆਪਣੀ ਜ਼ਮੀਨ ਬਚਾਉਣ ਦੀ ਖਾਤਰ ਕਿੱਦਾਂ ਦਾ ਸੰਘਰਸ਼ ਕਰ ਰਹੇ ਆ। ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿਉਂਕਿ ਸਾਡੇ ਹੁਸ਼ਿਆਰਪੁਰ ਦੇ ਵਿੱਚ ਅਸੀਂ ਬਹੁਤ ਵੱਡੀ ਲੈਂਡ ਦੇ ਮਾਲਕ ਨਹੀਂ ਹੈਗੇ, ਅਸੀਂ ਇੱਥੇ ਜ਼ਿਆਦਾਤਰ ਕਨਾਲਾਂ ਤੇ ਖੇਤਾਂ ਵਾਲੇ ਹੀ ਆ। ਜੇ ਸਾਡੇ ਕੋਲ ਇਹ ਵੀ ਨਾ ਰਹੇ ਤਾਂ ਫਿਰ ਸਾਡਾ ਕੀ ਬਣੂਗਾ। ਅਸੀਂ ਉਸ ਸੋਚ ਨੂੰ ਰੱਖ ਕੇ ਜਿਹੜੇ ਸਾਡੇ ਇਹ ਗਰੀਬ ਪਰਿਵਾਰਾਂ ਦੇ ਬੱਚੇ ਇਹਨਾਂ ਨੇ ਸੰਘਰਸ਼ ਕੀਤਾ ਤੇ ਉਸ ਸੰਘਰਸ਼ ਦੇ ਵਿੱਚ ਇਸ ਸਾਡੇ ਵੀਰ ਦੀ ਜਿਹੜੀ ਸ਼ਹਾਦਤ ਹੋਈ ਆ, ਅਸੀਂ ਇਹਨੂੰ ਸਲੂਟ ਕਰਦੇ ਆ ਤੇ ਸੰਗਤ ਟੀਵੀ ਦਾ ਤੇ ਤੁਹਾਡਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਇਸ ਪਰਿਵਾਰ ਦੀ ਬਾਹ ਫੜੀ ਆ ਤੇ ਇਹਨਾਂ ਦੀ ਮਾਲੀ ਮਦਦ ਵੀ ਕੀਤੀ ਆ ਤੇ ਇਹਨਾਂ ਦਾ ਹੌਸਲਾ ਅਫਜ਼ਾਈ ਵੀ ਕੀਤਾ। ਸੋ ਬਿਲਕੁਲ ਸਰਦਾਰ ਸਾਹਿਬ ਵੀ ਸਾਡੇ ਨਾਲ ਨੇ ਜੀ। ਕੀ ਕਹਿਣਾ ਚਾਹੁੰਦੇ ਹੋ ਜੀ ਐਸੇ ਵੇਖੋ ਪਰਿਵਾਰ ਜਿਹੜੇ ਬਹੁਤ ਕੁਰਬਾਨੀ ਵਾਲੇ ਨੇ? ਹਾਂਜੀ, ਬਹੁਤ ਕੁਰਬਾਨੀ ਇਹਨਾਂ ਦੀ ਵਿਚਾਰਿਆਂ ਦੀ। ਸੰਘਰਸ਼ ਵਜ ਗਏ ਸੀ ਉਧਰ, ਕੁਰਬਾਨੀ ਦਿੱਤੀ ਵਿਚਾਰੇ ਨੇ। ਪਰ ਗੌਰਮੈਂਟ ਨੂੰ ਚਾਹੀਦਾ 3 ਕਾਨੂੰਨ ਵਾਪਸ ਲੈਣਗੇ। ਬਜ਼ੁਰਗ ਬੱਚੇ ਸਭ ਉੱਥੇ ਬੈਠੇ ਆ, ਵਾਪਸ ਲੈ ਕੇ ਤੇ ਘਰਾਂ ਨੂੰ ਆਉਣ ਵਿਚਾਰੇ। ਸੋਚਣਾ ਚਾਹੀਦਾ ਗੌਰਮੈਂਟ ਨੂੰ। ਬਿਲਕੁਲ ਇੱਕ ਕਾਲੇ ਕਾਨੂੰਨ ਜਿਹੜੇ ਨੇ ਇਹ ਵਾਪਸ ਲਏ ਜਾਣ। ਸੋ ਕੁਝ ਵਿਚਾਰ ਅਸੀਂ ਇਸ ਭੈਣ ਦੀ ਵੀ ਲੈਣਾ ਚਾਹਾਂਗੇ। ਤੁਸੀਂ ਕੀ ਕਹਿੰਦੇ ਹੋ ਜੀ, ਇਹ ਜਿਹੜੀ ਸਰਕਾਰ ਅਜੇ ਵੀ ਨਹੀਂ ਮੰਨਦੀ ਪਈ ਇਹਨਾਂ ਕਾਨੂੰਨਾਂ ਤੇ? ਹਾਂਜੀ, ਨਹੀਂ ਬੋਲ ਨਹੀਂ ਸਕਦੇ। ਦੇਖੋ ਜੀ, ਨਹੀਂ ਇਦਾਂ ਮੈਂ ਪੰਚਾਇਤ ਮੈਂ ਸਾਬੀ ਰਹਿੰਦਾ ਵਾ। ਮੈਂ ਕਿ ਇਦਾਂ ਵੀ ਅਸੀਂ ਦੇਖੋ ਵਿਚਾਰੀ ਗਰੀਬ ਆ ਕੁੜੀ,
ਇਹਨਾਂ ਦੇ ਇਦਾਂ ਵੀ ਡੈਥ ਹੋ ਗਈ ਇਹਨਾਂ ਦੇ ਹਸਬੈਂਡ ਦੀ, ਵੀ ਕਹਿੰਦਾ ਵੀ ਉਹ ਵਿਚਾਰੇ ਉੱਥੇ ਗਏ ਸੀ ਇਹਨਾਂ ਦੇ ਬ੍ਰਦਰ, ਉਹਨਾਂ ਤੇ ਕਿਸੇ ਨੇ ਕਿਸੇ ਦੀ ਸਾਡੀ ਪੁੱਛਗਿੱਛ ਨਹੀਂ ਕਿਸੇ ਨੇ ਕੀਤੀ, ਨਾ ਕੋਈ ਕਮੇਟੀ ਸਾਡੇ ਕੋਲ ਆਈ ਆ ਦਿੱਲੀ ਤੋਂ। ਤੁਸੀਂ ਆਏ ਆ, ਤੁਹਾਡਾ ਅਤੀ ਧੰਨਵਾਦੀਆਂ ਸੀ। ਬਾਕੀ ਸਾਨੂੰ ਕੋਈ ਕਿਸੇ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਇੱਥੇ। ਬਾਕੀ ਵਿਚਾਰੀ ਛੋਟਾ ਪਰਿਵਾਰ ਆ ਇਹਨਾਂ ਦਾ, ਇਹਨੇ ਮਤਲਬ ਹੈ, ਬਾਕੀ ਸਾਡੇ ਪ੍ਰਧਾਨ ਸਾਹਿਬ ਦੱਸਣਗੇ ਤੁਹਾਨੂੰ। ਸੋ ਬਿਲਕੁਲ ਇਹ ਸਾਰੀ ਆਪਾਂ ਤਸਵੀਰ ਤੁਹਾਡੇ ਸਾਹਮਣੇ ਰੱਖੀ ਹੈ ਤੇ ਇਹ ਪਰਿਵਾਰ ਲੋੜਵੰਦ ਪਰਿਵਾਰ ਜਿਹਦੀ ਕਿ ਮਦਦ ਸੰਗਤ ਏਡ ਦੇ ਜ਼ਰੀਏ ਜਿਹੜੀ ਆਪਾਂ ਸੇਵਾ ਇਹਨਾਂ ਨੂੰ ਭੇਟ ਕਰ ਸਕੇ। ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਲੋੜਵੰਦ ਪਰਿਵਾਰਾਂ ਦੇ ਵਿੱਚ ਜਾ ਕੇ ਤੇ ਸਹੀ ਢੰਗ ਦੇ ਨਾਲ ਉਹ ਸੇਵਾ ਭੇਟ ਕੀਤੀ ਜਾ ਸਕੇ। ਤੇ ਕਿਉਂਕਿ ਇਹ ਵੀਰ ਉਹਦਾ ਛੋਟਾ ਵੀਰ ਹੈ, ਇਹਦੇ ਕੋਲ ਅਜੇ ਹੋਰ ਕਮਾਉਣ ਦਾ ਜਾਂ ਜੋ ਵੀ ਸਾਧਨ ਮੌਜੂਦ ਨੇ। ਸੋ ਪਹਿਲਾਂ ਵੀ ਇਹ ਦੋਨੋਂ ਭਰਾ ਆਪਣੀ ਭੈਣ ਦੀ ਸੇਵਾ ਕਰਦੇ ਸੀ, ਉਹਨੂੰ ਸਾਂਭਦੇ ਸੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੀ ਥੋੜ੍ਹੇ ਜਿਹੇ ਇਸ ਬਾਰੇ ਆਪਣੀ ਰਾਏ ਦਿੰਦੇ ਕਿ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਜੀ। ਸੋ ਬਿਲਕੁਲ ਵੇਖੋ ਇਹਨਾਂ ਨੂੰ ਉਹ ਗੱਲ ਕਹਿਣੀ ਵੀ ਨਹੀਂ ਆਉਂਦੀ, ਭੈਣ ਨਾਲ ਗੱਲ ਕੀਤੀ ਆ, ਭਰਾ ਨਾਲ ਗੱਲ ਕੀਤੀ ਆ। ਸੋ ਪਰ ਮੈਂ ਸਮਝਦਾ ਵੇਖੋ ਫਿਰ ਵੀ ਜਜ਼ਬਾ। ਸੋ ਪੈਸਾ ਮੈਂ ਵੇਖੋ ਬੜੀ ਹੈ ਗੱਲਾਂ ਕਰਨੀਆਂ ਨਹੀਂ ਆਉਂਦੀਆਂ, ਪਰ ਪ੍ਰੈਕਟੀਕਲ ਵੇਖੋ ਕਿੱਡਾ ਵੱਡਾ ਉਹਨੇ ਕਰ ਦਿੱਤਾ ਹੈ। ਜੂਝਣਾ ਹੁੰਦਾ ਜੀ ਬਿਲਕੁਲ। ਸੋ ਗੁਰਪਿਆਰੀ ਸਾਧ ਸੰਗਤ ਜੀ, ਜਿੱਦਾਂ ਜਿੱਦਾਂ ਅਸੀਂ ਪਰਿਵਾਰਾਂ ਵਿੱਚ ਜਾ ਰਹੇ ਹਾਂ, ਸਾਡਾ ਬਹੁਤ ਹੀ ਐਕਸਪੀਰੀਅੰਸ ਹੋ ਰਿਹਾ ਤੇ ਕਿੰਨੀ ਹੀ ਜੇ ਮੈਂ ਕਹਾਂ ਗਰੀਬੀ ਦੀ ਹਾਲਤ ਵਿੱਚ ਪਰਿਵਾਰ ਜੀ ਰਹੇ ਆ, ਪਰ ਉਹਨਾਂ ਦੇ ਜਜ਼ਬਾਤ ਜਿਹੜੇ ਆ, ਜਜ਼ਬਾ ਜਿਹੜਾ ਆ ਉਹਨੂੰ ਤੋਲਿਆ ਨਹੀਂ ਜਾ ਸਕਦਾ। ਉਹਨਾਂ ਦੀ ਆਰਥਿਕ ਹਾਲਤ ਨੂੰ ਤਾਂ ਦੇਖਿਆ ਜਾ ਸਕਦਾ, ਪਰ ਉਹਨਾਂ ਦੇ ਅੰਦਰ ਜਿਹੜੀ ਸੰਘਰਸ਼ ਦੀ ਇਹ ਭਾਵਨਾ ਸੀ ਉਹਦੀ ਕੋਈ ਹੱਦ ਨਹੀਂ ਹੈਗੀ। ਦੂਜਾ ਸਾਧ ਸੰਗਤ ਜੀ, ਜੋ ਮਾਇਆ ਹੈ ਤੁਹਾਡੀ ਦਿੱਤੀ ਹੋਈ ਸੰਗਤਾਂ ਦੀ, ਕਈ ਵਾਰੀ ਅਸੀਂ ਜਾ ਕੇ ਪਰਿਵਾਰ ਵਿੱਚ ਅਸੀਂ ਬਹੁਤ ਮੁਸ਼ਕਲ 'ਚ ਫਸ ਜਾਈਦਾ। ਜਿੱਥੇ ਤਾਂ ਕੋਈ ਮਾਂ-ਬਾਪ ਹੈ ਜਾਂ ਨਹੀਂ ਵਿਆਹਿਆ, ਉੱਥੇ ਮਾਂ-ਬਾਪ ਵਾਰਸ ਆ। ਜਿੱਥੇ ਮਾਂ-ਬਾਪ ਵੀ ਨਹੀਂ ਗਏ, ਉਹਨਾਂ ਦੇ ਘਰ ਵਾਲੇ ਜਾਂ ਬੱਚੇ ਵਾਰਸ ਆ। ਪਰ ਇਹ ਇੱਕ ਪਰਿਵਾਰ ਐਸਾ ਜਿੱਥੇ ਨਾ ਮਾਂ-ਬਾਪ ਆ, ਨਾ ਉਹ ਵਿਆਹਿਆ ਹੋਇਆ ਸੀ, ਭਰਾ ਵੀ 35 ਸਾਲ ਦਾ ਅਡਲਟ ਆ, ਪਰ ਇੱਥੇ ਉਹਨਾਂ ਦੀ ਇੱਕ ਲੋੜਵੰਦ ਭੈਣ ਜਿਹੜੀ ਵਿਧਵਾ ਆ, ਉਹਦੇ 3 ਬੱਚੇ ਸੀ। ਸੋ ਅਸੀਂ ਇੱਥੇ ਪਤਵੰਤੇ ਸੱਜਣ ਜਿਹੜੇ ਸਾਡੇ ਨਾਲ ਸੰਘਾ ਸਾਹਿਬ ਹਰਪਾਲ ਸਿੰਘ ਜੀ ਸੰਘਾ, ਜੋ ਕਿ ਪੰਜਾਬ ਕਿਸਾਨ ਕਮੇਟੀ ਦੇ ਪ੍ਰਧਾਨ ਨੇ, ਉਹ ਬੜੇ ਸਿਆਣੇ ਨੇ, ਉਹ ਸਾਡੇ ਨਾਲ ਨੇ। ਹੋਰ ਉਹਨਾਂ ਦੇ ਨਾਲ ਪਤਵੰਤੇ ਸੱਜਣ ਨੇ ਯੂਨੀਅਨ ਵੱਲੋਂ। ਸਾਰਿਆਂ ਨੇ ਜੋ ਸਲਾਹ ਕਰਕੇ, ਕਿਉਂਕਿ ਅਸੀਂ ਇਹ ਸੋਚਦੇ ਸੀ ਵੀ ਇਹ ਜਿਹੜਾ ਆਪ ਸੰਗਤ ਦਾ ਤਿਲ ਫੁੱਲਿਆ, ਇਹੋ ਇਸ ਘਰ ਦੇ ਵਿੱਚ ਹੋਰ ਵੀ ਸੰਸਥਾਵਾਂ ਆਈਆਂ, ਉਹਨਾਂ ਨੇ ਮਦਦ ਦਿੱਤੀ ਹੈ, ਜੋ ਕਿ ਭਾਈ ਸਾਹਿਬ ਜੀ ਨੂੰ ਪਹੁੰਚਾਈ ਹੈ ਉਹਨਾਂ ਨੇ, ਇਹਨਾਂ ਦੇ ਬ੍ਰਦਰ ਨੂੰ। ਅਸੀਂ ਇਹ ਸੋਚਿਆ ਸੀਗਾ ਵੀ ਅਸੀਂ ਜੇ ਇਹੋ ਸੰਗਤ ਦੀ ਮਾਇਆ, ਫੀਲਿੰਗ ਆਉਂਦੀ ਸੀ ਵੀ ਜਿਹੜੇ ਉਹ 3 ਬੱਚਿਆਂ ਨੂੰ ਨਾਲ ਪਾਲਦੇ ਸੀਗੇ ਭਰਾ, ਉਹ ਕਮਾਊ ਸੀਗਾ ਪਰਿਵਾਰ ਦੇ ਵਿੱਚ ਵਧੀਆ, ਤੇ ਇਹ ਬੀਬੀ ਨੂੰ ਬਹੁਤ ਲੋੜ ਆ। ਸੋ ਸਾਧ ਸੰਗਤ ਜੀ, ਅਸੀਂ ਇਹ ਸਾਰਿਆਂ ਭਰਾਵਾਂ ਨੇ ਇਹ ਫੈਸਲਾ ਕੀਤਾ ਵੀ ਉਹ ਬੀਬੀ ਨੂੰ ਦਿੱਤਾ ਜਾਵੇ। ਤੇ ਇਹ ਭਾਈ ਕੋਲ ਆ, ਅਸੀਂ ਇਹਨਾਂ ਨੂੰ ਵੀ ਪੁੱਛਿਆ ਸੀ, ਇਹਨਾਂ ਨੇ ਬੜੀ ਖੁਸ਼ੀ ਨਾਲ ਕਿਹਾ ਕਿ ਮੈਨੂੰ ਵੀ ਬੜੀ ਖੁਸ਼ੀ ਆ ਤੁਹਾਡੇ ਫੈਸਲੇ ਤੇ। ਸੋ ਇਹ ਸਾਧ ਸੰਗਤ ਜੀ, ਅਸੀਂ ਜੋ ਨਿਰਮਲ ਸਿੰਘ ਜੀ ਚਲੇ ਗਏ ਨੇ ਦੁਨੀਆ ਤੋਂ, ਉਹਨਾਂ ਦੀ ਸਿਸਟਰ ਨੂੰ ਇਹ ਤੁਹਾਡੀ ਦਿੱਤੀ ਹੋਈ ਮਾਇਆ ਦੇ ਰਹੇ ਹਾਂ। ਸਾਡੇ ਮਨ ਨੂੰ ਇਹ ਫੀਲ ਲੱਗਾ ਕਿ ਤੁਹਾਡੀ ਮਾਇਆ ਉਹ ਬੀਬੀ ਨੂੰ ਜ਼ਿਆਦਾ ਜ਼ਰੂਰਤ ਹੈ ਆਪਣੀ ਜ਼ਿੰਦਗੀ ਵਿੱਚ। ਬਣਦਾ ਤਾਂ ਲੱਖ ਨਾਲ ਕੁਝ ਵੀ ਨਹੀਂ, ਇੱਥੇ ਮਹਿੰਗਾਈ ਬਹੁਤ ਆ, ਪਰ ਪਰਿਵਾਰ ਜਿਹੜੇ ਸੰਘਰਸ਼ ਇਹਨਾਂ ਪ੍ਰਾਣੀਆਂ ਦੇ, ਇਹਨਾਂ ਪਰਿਵਾਰਾਂ ਦੇ ਸਿਰ ਤੇ ਉੱਥੇ ਚੱਲ ਰਿਹਾ। ਸੋ ਬਿਲਕੁਲ ਮੈਂ ਸਮਝਦਾ ਪੈਸਾ ਸੋ ਜਦੋਂ ਸੰਘਰਸ਼ ਨੂੰ ਇਹ ਲੋਕ ਚਲਾ ਰਹੇ ਨੇ। ਸੋ ਅਸੀਂ ਇਹ ਬੇਨਤੀ ਕਰਦੇ ਹਾਂ, ਜੇ ਕੋਈ ਹੋਰ, ਇਹ ਪਿੰਡ ਰੰਧਾਵਾ ਹੈ ਦਸੂਹਾ ਦੇ ਨੇੜੇ, ਸ਼ੂਗਰ ਮਿਲ ਵਾਲਾ ਰੰਧਾਵਾ, ਸ਼ੂਗਰ ਮਿਲ ਇਹਦੇ ਨੇੜੇ ਆ। ਜਾਣਕਾਰੀ ਲਈ ਘਰ ਦੀ ਹਾਲਾਤ ਤੁਸੀਂ ਵੀਡੀਓ ਤੋਂ ਦੇਖ ਲਈ ਆ। ਅਗਰ ਇਸ ਏਰੀਏ ਦਾ ਕੋਈ ਹੋਰ NRI ਭਰਾ ਬਾਹਰ ਵਸਦਾ, ਕੋਈ ਨੇੜਲੇ ਪਿੰਡਾਂ ਦਾ ਹੈਗਾ, ਮੇਰੀ ਇਹ ਬੇਨਤੀ ਆ ਵੀ ਇਸ ਟੱਬਰ ਦੀ ਆ ਕੇ ਜ਼ਰੂਰ ਸਾਰ ਲਿਓ। ਅੱਜ ਤੱਕ ਜਿੱਥੇ ਅਸੀਂ ਗਏ ਆ, ਇਹ ਉਹਨਾਂ ਵਿੱਚੋਂ ਮੇਰੇ ਖਿਆਲ ਸਭ ਨਾਲੋਂ ਗੁਰਬਤ ਵਿੱਚ ਆਪਣੀ ਜ਼ਿੰਦਗੀ
ਗੁਜ਼ਾਰ ਹੈ, ਜਿਨ੍ਹਾਂ ਦਾ ਇੱਕ ਇੱਕ ਕਨਾਲ ਦੋਵਾਂ ਭਰਾਵਾਂ ਨੂੰ ਆਉਂਦਾ ਸੀ। ਨਿਰਮਲ ਸਿੰਘ ਭੋਲਾ ਸੀਗਾ ਇੱਕ, ਉਹ ਬੜਾ ਲੋੜਵੰਦ ਸੀ ਜਿਹਦੇ ਆਪਾਂ ਗਏ ਸੀ। ਹਾਂਜੀ, ਮੈਨੂੰ ਲੱਗਦਾ ਹੈ ਉਹ ਵੀ ਉਸੇ ਲੈਵਲ ਤੇ ਉਸੇ ਲੈਵਲ ਤੇ ਆ ਜੀ। ਉਹ ਭਾਈ ਨਿਰਮਲ ਸਿੰਘ ਭੋਲਾ ਜੀ ਦਾ 2 ਬੱਚੇ ਰਹਿ ਗਏ ਸੀ ਪਿੱਛੇ। ਸੋ ਜੇ ਕੋਈ ਸੁਣਦਾ ਹੋਵੇ ਤੇ ਨੇੜੇ ਤੇੜੇ ਪਿੰਡਾਂ ਵਾਲੇ, ਬਿਲਕੁਲ ਮੈਂ ਅਸੀਂ ਤਾਂ ਦੇਖਿਆ ਜੋ ਤੁਹਾਡਾ ਦੇ ਚੱਲੇ ਆ, ਪਰ ਬਾਕੀ ਨਗਰ ਵਾਸੀਆਂ ਦੀ ਵੀ ਇਹਨਾਂ ਦੀ ਬਹੁਤ ਜ਼ਿੰਮੇਵਾਰੀ ਬਣ ਜਾਂਦੀ ਹੈ, ਇਲਾਕਾ ਨਿਵਾਸੀਆਂ ਦੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ, ਕਿਸਾਨ ਯੂਨੀਅਨ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ, ਜਿਨ੍ਹਾਂ ਦੇ ਇਸ ਸੰਘਰਸ਼ ਦੇ ਕਹਿਣ ਦੇ ਵਿੱਚ ਸਾਰੇ ਨਾਲ ਤੁਰੇ ਆ ਪਿੰਡਾਂ ਵਿੱਚੋਂ। ਸੋ ਮੈਂ ਉਮੀਦ ਕਰਦਾ ਹਾਂ ਵੀ ਜੇ ਕੋਈ ਸੁਣੇਗਾ ਇਸ ਪਿੰਡ ਦੇ ਨੇੜੇ ਤੇੜੇ ਕਿਤੋਂ ਵੀ ਹੋਵੇ, ਇਹਨਾਂ ਪਰਿਵਾਰਾਂ ਨੂੰ ਅਸੀਂ ਇਸੇ ਲਈ ਹੀ ਅਸੀਂ ਕਦੀ ਵੀ ਸਾਧ ਸੰਗਤ ਜੀ ਜਿਹੜਾ ਸੰਗਤ ਏਡ ਆ ਕਿਸੇ ਚੀਜ਼ ਨੂੰ ਹਾਈਡ ਨਹੀਂ ਕਰਦਾ। ਅਸੀਂ ਉਹਨਾਂ ਦੇ ਨਾਂ, ਐਡਰੈਸ ਅਸੀਂ ਵੈਬਸਾਈਟ ਦੇ ਉੱਤੇ ਅੱਜ ਅਸੀਂ ਇਹੋ 33ਵੇਂ ਪਰਿਵਾਰ ਕੋਲ ਆਏ ਹਾਂ, ਤਕਰੀਬਨ 33ਵੇਂ ਪਰਿਵਾਰ ਕੋਲ ਜੀ। ਤੇ ਜੇ ਕਿਸੇ ਨੂੰ ਕਿਸੇ ਦਾ ਵੀ ਡਿਟੇਲ ਅਸੀਂ ਵੈਬਸਾਈਟ ਤੇ ਪਵਾ ਦੇਵਾਂਗੇ ਸੰਗਤ ਏਡ ਵੱਲੋਂ, ਸੰਗਤ ਟਰਸਟ ਵੱਲੋਂ, ਤੇ ਤੁਸੀਂ ਆਪ ਸਾਰਿਆਂ ਨੂੰ ਚੈੱਕ ਕਰ ਸਕਿਆ ਕਰੋਗੇ ਵੀ ਅਸੀਂ ਤਕਰੀਬਨ ਜ਼ਮੀਨ ਵੀ ਲਿਖਦੇ ਆ, ਟੱਬਰ ਦੇ ਜੀਆਂ ਦਾ ਵੀ ਲਿਖਾਂਗੇ, ਕਿੰਨੇ ਪਰਿਵਾਰ ਆ, ਕਿਹੜੇ ਜ਼ਿਆਦਾ ਡਿਪੈਂਡੈਂਟ ਆ ਇਸ ਪ੍ਰਾਣੀ ਤੇ ਸੀਗੇ। ਸੋ ਜਿਹਨੇ ਹੋਰ ਵੀ ਮਦਦ ਪਹੁੰਚਾਉਣੀ ਹੋਵੇ ਜ਼ਰੂਰ ਪਹੁੰਚਾਇਓ। ਇਹ ਤੁਹਾਡੀ ਮਾਇਆ ਜਿਹੜੀ ਕਹਿੰਦੇ ਨੇ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਜੋ ਕਹਾਵਤ ਹੈ, ਸੋ ਤੁਹਾਡੀ ਹੋਰ ਵੀ ਸਫਲੀ ਹੋਵੇਗੀ। ਸੋ ਬੇਨਤੀ ਇਹ ਆ ਵੀ ਇਹ ਤੁਹਾਡੀ ਜਿਹੜੀ ਤੁਸੀਂ ਦਿੱਤੀ ਸੀ ਮਾਇਆ ਸੰਗਤ ਟੀਵੀ ਤੇ, ਉਸ ਨੂੰ ਅਸੀਂ ਘਰ ਘਰ ਜਾ ਕੇ ਦੇ ਰਹੇ ਹਾਂ। ਕੋਸ਼ਿਸ਼ ਕਹਿ ਸਕਦੇ ਹਾਂ ਵੀ ਅਸੀਂ ਇਹ ਕਰਾਂਗੇ ਵੀ ਜਿੰਨੀ ਜੋ ਸਾਨੂੰ ਰੱਬ ਨੇ ਸੋਝੀ ਦਿੱਤੀ ਹੈ ਵੀ ਉਸ ਤਰੀਕੇ ਦੇ ਨਾਲ ਦਿੱਤੀ ਜਾਵੇ। ਕੋਸ਼ਿਸ਼ ਇਹ ਵੀ ਆ ਤੁਹਾਡੇ ਸਿਰ ਤੇ ਆ। ਉਦਣ ਤਾਂ ਸਾਰੇ 30 ਪ੍ਰਾਣੀ ਸੀ ਜਿੱਦਣ ਭਾਈ ਗੁਰਪ੍ਰੀਤ ਸਿੰਘ ਹੋਣਾ ਨੇ ਸਟੇਜ ਤੋਂ ਅਨਾਉਂਸ ਕੀਤਾ ਸੀ। ਬਿਲਕੁਲ ਅੱਜ ਇਹ ਗਿਣਤੀ 200 ਦੇ ਨੇੜੇ ਚੱਲੀ ਆ, ਪਰ ਸੰਗਤ ਵੱਲੋਂ ਬਹੁਤ ਹੰਗਾਰਾ ਸੰਗਤ ਟੀਵੀ ਤੇ ਮਿਲ ਰਿਹਾ। ਸੋ ਮੇਰੀ ਇਹ ਬੇਨਤੀ ਆ ਵੀ ਤੁਸੀਂ ਹੋਰ ਸਾਧ ਸੰਗਤ ਜੀ ਇਸ ਪਰਿਵਾਰਾਂ ਲਈ ਜ਼ਰੂਰ ਜਿਹੜੇ ਜਾਨਾਂ ਦੇ ਗਏ ਆ ਉਹਨਾਂ ਵਾਸਤੇ ਤੁਸੀਂ ਵੱਧ ਚੜ੍ਹ ਕੇ ਹੋਰ ਵੀ ਆਪਣਾ ਦਿਲ ਖੋਲ੍ਹ ਕੇ ਇੱਥੇ ਪਾਓ। ਅਸੀਂ ਇਹ ਤੁਹਾਡਾ ਦਿੱਤਾ ਹੋਇਆ ਸਾਰਾ ਤਿਲ ਫੁੱਲ ਹੈ, ਇਹਨਾਂ ਦੇ ਘਰਾਂ ਤੱਕ ਅਸੀਂ ਪਹੁੰਚਾਉਣ ਦਾ ਜਿਹੜਾ ਤੁਹਾਡੇ ਨਾਲ ਵਾਅਦਾ ਕੀਤਾ ਆ ਉਹ ਜ਼ਰੂਰ ਪਹੁੰਚਾਵਾਂਗੇ। ਤੇ ਇਸੇ ਤਰ੍ਹਾਂ ਦੇ ਨਾਲ ਹਰ ਘਰ ਦੀ ਤੁਹਾਨੂੰ ਵੀਡੀਓ ਵੀ ਅਸੀਂ ਬਿਲਕੁਲ ਪਾਰਦਰਸ਼ਤਾ ਵੱਧ ਤੋਂ ਵੱਧ ਰੱਖਣ ਦੀ ਸਾਡਾ ਉਪਰਾਲਾ ਰਹਿੰਦਾ। ਪਿੱਛੇ ਹਰਿਆਣੇ ਜਦੋਂ ਗਏ ਸੀ ਉਸ ਦਿਨ ਥੋੜਾ ਜਿਹਾ ਜ਼ਿਆਦਾ ਤੇਜ਼ੀ ਦੇ ਵਿੱਚ ਸੀਗਾ ਕੰਮ, ਦੌੜ ਭਜਾਈ ਜ਼ਿਆਦਾ ਸੀ। ਅਸੀਂ ਬਾਅਦ ਦੇ ਵਿੱਚ ਫਿਰ ਉਹਨਾਂ ਘਰਾਂ 'ਚ ਜਾਵਾਂਗੇ ਤੇ ਸਾਡੀ ਇਹੀ ਕੋਸ਼ਿਸ਼ ਹੁੰਦੀ ਕਿ ਹਰ ਗੱਲ ਜਿਹੜੀ ਹੈ ਤੁਹਾਡੇ ਤੱਕ ਪਹੁੰਚੇ, ਤੁਹਾਡੀ ਸੇਵਾ ਕਿੱਥੇ ਲੱਗੀ ਹੈ। ਤੇ ਇਹ ਮੈਂ ਸਮਝਦਾ ਕਿ ਜਿਵੇਂ ਭਾਈ ਸਾਹਿਬ ਹੋਰਾਂ ਹੁਣੇ ਗੱਲ ਕੀਤੀ ਹੈ 33 ਪਰਿਵਾਰ ਜਿਹੜੇ ਨੇ ਹੋ ਚੁੱਕੇ ਨੇ। ਸੋ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਇੰਨੇ ਕੁ ਪਰਿਵਾਰ ਸੀਗੇ ਉਸ ਵੇਲੇ, ਪਰ ਮੈਂ ਸਮਝਦਾ ਤੁਹਾਡਾ ਬੜਾ ਉਤਸ਼ਾਹ ਹੈ, ਬੜੀ ਸੇਵਾ ਭਾਵਨਾ ਸੰਗਤਾਂ ਦੀ ਕਿ ਇਸ ਤੋਂ ਅੱਗੇ ਜਿਹੜੀ ਆਪਾਂ ਜਿਹੜੀ ਸੇਵਾ ਹੋਰ। ਬਾਕੀ ਅੱਜ ਸੰਘਾ ਸਾਹਿਬ ਜੀ ਨੇ ਜਦੋਂ ਪਿੰਡ ਅਸੀਂ ਸੀਗੇ ਉੱਥੇ ਉੱਚੇ ਪਿੰਡ, ਸੰਘਾ ਸਾਹਿਬ ਨੇ ਜਿਹੜੀ ਰਿਕੁਐਸਟ ਨਹੀਂ, ਉਹਨਾਂ ਨੇ ਇੱਕ ਰਿਕੁਐਸਟ ਨਹੀਂ, ਅਸੀਂ ਤੇ ਇਹਨਾਂ ਦਾ ਹੁਕਮ ਮੰਨਾਂਗੇ। ਇਹਨਾਂ ਦਾ ਹੁਕਮ ਆਇਆ ਆ ਭਈ ਸੰਗਤ ਟਰਸਟ ਨੇ ਜਿਹੜੇ ਟੈਂਟ ਦਿੱਤੇ ਆ ਉਹ ਹੁਣ ਤੁਸੀਂ ਜਿਸ ਤਰ੍ਹਾਂ ਮੱਛਰਦਾਨੀ ਨੂੰ ਜਾਲੀ ਵਾਲਾ ਮਟੀਰੀਅਲ ਹੁੰਦਾ ਉਹ ਲਾ ਕੇ ਦਿਓ। ਮੈਂ ਹੁਣੇ ਉਹ ਸੈਂਪਲਿੰਗ ਵਾਸਤੇ ਦਿੱਲੀ ਵਿੱਚ ਉਹਨਾਂ ਨੂੰ ਆਰਡਰ ਕਰ ਦਿੱਤਾ ਵੀ ਭਾਈ ਸਾਨੂੰ ਅਸੀਂ ਜਲਦੀ ਤੋਂ ਜਲਦੀ ਡੈਮੋ ਕਰਨੀ ਆ, ਔਰ ਨਾਲ ਸਰਕਾਰ ਨੂੰ ਸੁਨੇਹਾ ਪਹੁੰਚਾਉਣਾ ਵੀ ਅਸੀਂ ਗਰਮੀਆਂ ਦੀਆਂ ਤਿਆਰੀਆਂ ਕਰ ਰਹੇ ਆ ਕਿਸਾਨ, ਤੇ ਉਹ ਜਲਦੀ ਥੋੜ੍ਹੇ ਦਿਨਾਂ ਵਿੱਚ ਜਿਹੜਾ ਛੱਤ ਰੱਖ ਕੇ ਵੀ ਪਾਣੀ ਨਾ ਆਵੇ ਥੱਲੇ, ਬਾਕੀ ਚਾਰ ਚੁਫੇਰੇ ਜਾਲੀ ਮੱਛਰਦਾਨੀ ਵਾਂਗੂ ਬਣਾ ਕੇ ਉਹ ਟੈਂਟ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਪਹੁੰਚਦੇ ਕਰਾਂਗੇ ਵੀ ਜਿੱਦਣ ਵੀ ਲੋੜ ਹੋਵੇ ਲਾ ਲੈਣ। ਸੋ ਉਹਨਾਂ ਦੀ ਡਿਲੀਵਰੀ ਜਲਦੀ ਉਹਨਾਂ ਨੂੰ ਮੰਗ ਕਰਾਂਗੇ ਅਸੀਂ ਫੈਕਟਰੀ ਵਾਲਿਆਂ ਨੂੰ ਵੀ ਸਾਨੂੰ ਦੇ ਦਿਓ। ਸੋ ਬਿਲਕੁਲ ਮੈਂ ਸਮਝਦਾ ਕਿ ਇਹ ਇੱਕ ਜਿਵੇਂ ਕਈ ਤਰ੍ਹਾਂ ਦੇ ਦਬਾਅ ਜਿਹੜੇ ਕਿਸਾਨੀ ਸੰਘਰਸ਼ ਦੇ ਉੱਤੇ ਆ ਰਹੇ ਨੇ, ਉਹ ਇਹ ਵੀ ਕਿਸਾਨੀ ਸੰਘਰਸ਼ ਵੱਲੋਂ ਜਿੱਦਾਂ ਸੰਘਾ ਸਾਹਿਬ ਹੋਰਾਂ ਨੇ ਗੱਲ ਕੀਤੀ, ਇਹ ਸਾਡੇ ਵੱਲੋਂ ਇਹ ਹੋਏਗਾ ਕਿ ਅਸੀਂ ਤਿਆਰੀ 'ਚ ਹਾਂ। ਇਹ ਸੰਘਰਸ਼ ਜੇ ਲੰਬਾ ਵੀ ਖਿੱਚਿਆ ਜਾਂਦਾ ਤੇ ਉਹਦੇ ਵਾਸਤੇ ਵੀ ਪੂਰੀਆਂ ਤਿਆਰੀਆਂ। ਸੋ ਇਸ ਢੰਗ ਦੇ ਨਾਲ ਅਸੀਂ ਅੱਗੇ ਵਧਦੇ ਪਏ ਹਾਂ, ਇਸ ਸੰਘਰਸ਼ ਦੇ ਨਾਲ ਜੁੜੇ ਹਾਂ। ਤੁਹਾਡੀਆਂ ਅਸੀਸਾਂ ਦੇ ਨਾਲ ਇਹਨਾਂ ਲੋੜਵੰਦ ਪਰਿਵਾਰਾਂ ਦੇ ਕੋਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ, ਤੁਹਾਡੀ ਸੇਵਾ ਨੇ ਤੱਕ ਪਹੁੰਚਾ ਰਹੇ ਹਾਂ। ਧੰਨਵਾਦੀ ਹਾਂ ਜੀ। ਦੇਖੋ ਸਾਡੇ ਜਿੱਦਾਂ ਗਰੀਬ ਪਰਿਵਾਰ ਨੂੰ ਇੰਨੀ ਮਦਦ ਕੀਤੀ ਹੈ ਜੀ। ਦੇਖੋ ਅਸੀਂ ਇਹਨਾਂ ਬੰਦਿਆਂ ਦੇ ਨਾਲ ਤੁਰੇ ਹਾਂ ਜੀ, ਨਾਲੇ ਕਿਤੇ ਵਿਚਾਰਾ ਕਿੰਨਾ ਛੋਟਾ ਜਿਹਾ ਪਰਿਵਾਰ ਸੀ, ਇਹਨਾਂ ਦੇ ਨਾਲ ਤੁਰ ਕੇ। ਬਾਕੀ ਇਹ ਪ੍ਰਧਾਨ ਸਾਡੇ ਸਾਹਿਬ ਹੈਗੇ ਆ, ਅਸੀਂ ਸੰਘਾ ਸਾਹਿਬ ਦਾ ਜ਼ਿਆਦਾ ਧੰਨਵਾਦ ਕਰਾਂਗੇ ਜੀ। ਅਸੀਂ ਧੰਨਵਾਦੀ ਹਾਂ ਤੁਹਾਡੇ। ਨਹੀਂ ਕੋਈ ਇਦਾਂ ਦੀ ਗੱਲ ਨਹੀਂ ਜੀ। ਇਹ ਅਸੀਂ ਦੇਖੋ ਦੇਖੋ ਇਹ ਕੀ ਹੈ ਕਿ ਰੋਲ ਕਰ ਰਹੇ ਜੀ। ਇਹ ਅਸਲ ਸੰਗਤ ਟੀਵੀ ਵੱਲੋਂ ਇੰਗਲੈਂਡ ਤੋਂ ਮਦਦ ਜਿਹੜੀ ਆਈ ਆ, ਇਹ ਜਿਹੜੀ ਸਾਰੀ ਆ ਉਹ ਸਾਰੇ ਥਾਂ ਤੇ ਪਹੁੰਚਾ ਰਿਹਾ। ਉੱਥੇ ਦਿੱਲੀ ਮੋਰਚੇ ਦੇ ਉੱਤੇ ਬਹੁਤ ਵੱਡੀ ਇਹਨਾਂ ਨੇ ਸੇਵਾ ਨਿਭਾਈ ਹੈ। ਇਹ
ਜਿਹੜੀ ਯੂਕੇ ਦੀ ਸੰਗਤ ਨੇ, ਇਹਨਾਂ ਦੇ ਸੰਗਤ ਟੀਵੀ ਦੇ ਮਾਧਿਅਮ ਰਾਹੀਂ ਬਹੁਤ ਜ਼ਿਆਦਾ ਵੱਡੀ, ਜਿਹਨੂੰ ਆਪਾਂ ਨਹੀਂ ਕਹਿ ਸਕਦੇ, ਅੱਖਰਾਂ 'ਚ ਨਹੀਂ ਅਸੀਂ ਬਿਆਨ ਸਕਦੇ। ਸੰਗਾ ਸਾਹਿਬ ਦੇਖੋ ਜੀ, ਸਰਪੰਚ ਸਾਹਿਬ ਨਹੀਂ ਆਏ, ਮੈਂ ਪੰਚਾਇਤ ਬੋਲ ਰਿਹਾ, ਪਰ ਅਸੀਂ ਤੁਹਾਡੇ ਅਤੀ ਧੰਨਵਾਦੀ ਹਾਂ ਜੀ। ਮੈਨੂੰ ਉਹ ਨਹੀਂ ਕਿਹਾ ਵੀ ਅਤੀ ਧੰਨਵਾਦੀ, ਤੁਸੀਂ ਧੰਨਵਾਦ ਕਰਨਾ ਉਹਨਾਂ ਦਾ। ਮੈਂ ਤੁਹਾਡੇ ਬਹੁਤ 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 ਧੰਨਵਾਦ ਕਰਦਾ, ਇੱਕ ਪ੍ਰਧਾਨ ਸਾਹਿਬ ਦਾ ਸਾਡੇ ਤੇ ਸੰਗਾ ਸਾਹਿਬ ਤੁਹਾਡਾ ਜੀ। ਇਹ ਦੇਖੋ ਇਹਨਾਂ ਨੇ ਉੱਥੇ ਮਦਦ ਕੀਤੀ ਹੈ ਜੀ, ਉੱਥੇ ਬਹੁਤ ਵਧੀਆ। ਜਦੋਂ ਹੁਣ ਮੀਂਹ ਦੇ ਵਿੱਚ ਉੱਥੇ ਟੈਂਟ ਲੈ ਕੇ ਦਿੱਤੇ, ਹੋਰ ਬਹੁਤ ਕੁਝ ਲੈ ਕੇ ਦਿੱਤਾ। ਇਹ ਘਰ ਘਰ ਜਾ ਕੇ ਇਹਨਾਂ ਨੇ ਅੱਜ ਮੈਨੂੰ ਕਿਹਾ ਸੀ ਵੀ ਸਾਡੇ ਨਾਲ ਹੋ ਕੇ ਤੁਸੀਂ ਜਿਹੜਾ ਇਹ ਸਾਰਾ ਕਰਾਉਣਾ। ਅਸੀਂ ਠੀਕ ਸਮਝਦੇ ਹਾਂ ਵੀ ਜਿੰਨਾ ਇਹ ਸੋਚ ਵਿਚਾਰ ਕੇ, ਵਿਚਾਰ ਚਰਚਾ ਕਰਕੇ ਵੀ ਕਿਸੇ ਗਲਤ ਥਾਂ ਦੇ ਉੱਤੇ ਨਾ ਇਹ ਮਦਦ ਜਾਵੇ, ਬਿਲਕੁਲ ਸਹੀ ਜਿਹੜੀ ਹੱਥਾਂ ਦੇ ਵਿੱਚ ਜਾਣੀ ਚਾਹੀਦੀ ਆ, ਲੋੜਵੰਦ ਨੂੰ ਮਿਲੇ। ਇਹ ਬਹੁਤ ਵਧੀਆ ਇਹਨਾਂ ਦੀ ਅਪਰੋਚ ਆ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਇੰਗਲੈਂਡ ਦੀ ਸੰਗਤ ਦਾ ਵੀ ਅਸੀਂ ਇੱਕ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗੇ ਕਿ ਬਹੁਤ ਵਧੀਆ ਟੀਮ ਆ ਜਿਹੜੀ ਇੱਥੇ ਪੰਜਾਬ ਦੇ ਵਿੱਚ ਜਿਹੜੀ ਇਹ ਸੰਘਰਸ਼ ਦੇ ਦੌਰਾਨ ਕੰਮ ਕਰ ਰਹੀ ਆ। ਇਹਨਾਂ ਦੀ ਯਾਨੀ ਕਿ ਇਹਨਾਂ ਜਿਹੜੀ ਤੁਹਾਡੀ ਮਦਦ ਆ, ਇਹਨਾਂ ਦੇ ਹੱਥਾਂ ਦੇ ਵਿੱਚ ਉਹ ਸੁਰੱਖਿਅਤ ਆ ਤੇ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਆ, ਤਾਂ ਜੋ ਲੋੜਵੰਦਾਂ ਨੂੰ ਜਿਹੜਾ ਪੈਸਾ ਆ ਉਹ ਸਹੀ ਥਾਂ ਦੇ ਉੱਤੇ ਪਹੁੰਚ ਸਕੇ। ਤੇ ਹੋਰ ਤੁਹਾਡੀ ਜਿਹੜੀ ਤੁਹਾਡੇ ਵੱਲੋਂ ਕੀਤੀ ਸੇਵਾ ਰਾਹੀਂ ਇਹ ਕਿਸਾਨ ਮੋਰਚੇ ਦੀ ਹੋਰ ਵੱਧ ਜਿਹੜੀ ਵਧੀਆ ਢੰਗ ਦੇ ਨਾਲ ਜਿਹੜੀ ਸੇਵਾ ਕੀਤੀ ਜਾ ਸਕੇ। ਸੋ ਬਿਲਕੁਲ ਬੜੀ ਸੋਚ ਵਿਚਾਰ ਕੇ ਇਹ ਸਾਰੇ ਕੰਮ ਕਰਨੇ ਪੈ ਰਹੇ ਨੇ ਜੀ। ਭਾਈ ਰਣਧੀਰ ਸਿੰਘ ਹੋਰੀ ਸਾਰੇ ਅਸੀਂ ਰਲ ਕੇ ਬੜਾ ਮੰਥਨ ਕਰਦੇ ਹਾਂ, ਜੇ ਤੁਸੀਂ ਪੈਸੇ ਸਾਨੂੰ ਦਿੱਤੇ ਨੇ ਤੇ ਅਸੀਂ ਸਹੀ ਜਗ੍ਹਾ ਤੇ ਪਹੁੰਚਾ ਸਕੀਏ। ਇੱਕ ਹੋਰ ਛੋਟੀ ਜਿਹੀ ਗੱਲ ਮੈਂ ਦੱਸਦਾ ਜਾਵਾਂ ਕਿ ਅਸੀਂ ਇੱਕ ਹੋਰ ਪਰਿਵਾਰ ਪਿੱਛੇ ਨਗਰ ਸੀਗਾ, ਉਹਨਾਂ ਦੇ ਪਰਿਵਾਰ ਦਾ ਥੋੜਾ ਜਿਹਾ ਇਦਾਂ ਦਾ ਸਿਸਟਮ ਸੀ, ਅਸੀਂ ਡਿਸਾਈਡ ਨਹੀਂ ਸੀ ਕਰ ਪਾਏ। ਦੁਪਹਿਰੇ ਅਸੀਂ ਉੱਥੇ ਗਏ ਸੀਗੇ ਪਰ ਅਸੀਂ ਡਿਸਾਈਡ ਨਹੀਂ ਸੀ ਕਰ ਪਾਏ ਕਿ ਪਰਿਵਾਰ ਦੇ ਕਿਸ ਜੀ ਨੂੰ ਜਿਹੜੀ ਆ ਇਹ ਜਿਹੜੀ ਸੇਵਾ ਜਿਹੜੀ ਆ ਉਹਨੂੰ ਭੇਟ ਕੀਤੀ ਜਾਏ। ਉਹਨਾਂ ਦਾ ਕੋਈ ਡਿਸਪਿਊਟ ਸੀਗਾ, ਫੈਮਿਲੀ ਡਿਸਪਿਊਟ ਸੀਗਾ। ਸੋ ਹੁਣ ਅਸੀਂ ਉਹਦੇ ਕਾਫੀ ਮੰਥਨ ਤੋਂ ਬਾਅਦ ਹੁਣ ਸਾਡਾ ਵਿਚਾਰ ਬਣਿਆ ਹੈ, ਉਹਦੇ ਬਾਰੇ ਅਸੀਂ ਕੋਈ ਰਾਏ ਲੈ ਸਕੇ ਆਲੇ ਦੁਆਲੇ ਤੋਂ, ਤੇ ਅਸੀਂ ਹੁਣ ਉਸ ਪਰਿਵਾਰ ਨੂੰ ਜਾ ਕੇ ਵੀ ਮਦਦ ਕਰਾਂਗੇ। ਸੋ ਜਿਹੜੇ ਤੁਸੀਂ ਪੈਸੇ ਦਿੱਤੇ, ਇਹ ਨਹੀਂ ਵੀ ਅਸੀਂ ਸਾਡੇ ਕੋਲ ਆ ਗਏ ਤੇ ਅਸੀਂ ਐਵੇਂ ਸੁੱਟ ਦਈਏ ਕਿਤੇ, ਸਾਡੇ ਸੱਟਾ ਦੇਣ ਵਾਲੀ ਗੱਲ ਨਹੀਂ, ਬੜੀ ਟੈਨਸ਼ਨ ਹੁੰਦੀ ਆ ਜੀ। ਬਿਲਕੁਲ ਸੋਚ ਕੇ ਜੀ, ਮਤਲਬ ਕਈ ਘੰਟੇ ਉੱਤੇ ਲਾ ਕੇ ਹੁਣ ਫੇਰ ਆਲੇ ਦੁਆਲੇ ਨੂੰ ਜਾਣਕਾਰੀ ਲੈ ਕੇ ਵੀ ਹਾਂ ਉੱਥੇ ਜਿਹੜਾ ਸਹੀ ਵਾਰਸ ਆ ਉਹ ਕੌਣ ਬਣਦਾ। ਮੈਂ ਨਿੱਕੀ ਜਿਹੀ ਘਟਨਾ ਦਾ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਜੀ। ਜਿੱਥੇ ਅਸੀਂ ਪਿਛਲੇ ਪਿੰਡ ਤੋਂ ਆਏ ਆ, ਉਹ ਜਿਹੜਾ ਸੀਗੇ ਜੀ ਕੁਲਵਿੰਦਰ ਸਿੰਘ ਜੀ ਸੀਗੇ ਜੀ, ਉਹਨਾਂ ਦਾ ਪਹਿਲੀ ਜਿਹੜੀ ਘਰ ਵਾਲੀ ਆ ਉਹਨਾਂ ਦੇ ਨਾਲ ਡਿਵੋਰਸ ਹੋ ਗਿਆ ਸੀ, ਉਹਨਾਂ ਦਾ ਇੱਕ ਬੱਚਾ ਸੀ। ਉਹਨਾਂ ਦੇ ਬਾਅਦ ਉਹਨਾਂ ਨੇ ਇੱਕ ਹੋਰ ਔਰਤ ਦੇ ਨਾਲ ਵਿਆਹ ਕਰਾ ਲਿਆ ਸੀ, ਉਹ ਡੈਥ ਤੋਂ ਬਾਅਦ ਉਹ ਔਰਤ ਚਲ ਗਈ। ਹੁਣ ਇਹਦੇ ਵਿੱਚੋਂ ਇਹ ਸੋਚਣ ਵਾਲਾ ਕੁਐਸਚਨ ਸਾਡੇ ਲਈ ਇਹ ਖੜਦਾ ਸੀ ਵੀ ਉਹਨਾਂ ਦੇ ਫਾਦਰ ਸਾਹਿਬ ਨੂੰ ਪੈਸੇ ਦਿੱਤੇ ਜਾਣ। ਫਾਦਰ ਸਾਹਿਬ ਜਿਹੜੇ ਉਹਨਾਂ ਦੇ 2 ਲੜਕੇ ਆ, ਕੁਲਵਿੰਦਰ ਸਿੰਘ ਦੇ ਭਰਾ ਆ, ਉਹ ਉਹਨਾਂ ਨਾਲ ਰਹਿ ਰਹੇ ਆ। ਅਸਲ ਦੇ ਵਿੱਚ ਜਿਹੜੀ ਅਸੀਂ ਹੁਣ ਸਾਰਾ ਸੋਚ ਵਿਚਾਰ ਕੇ ਸਾਰਿਆਂ ਨੇ, ਅਸੀਂ ਉੱਥੋਂ ਇੱਕ ਵਾਰ ਆ ਗਏ ਸੀ, ਸਾਤੋਂ ਇਹ ਫੈਸਲਾ ਨਹੀਂ ਸੀ ਸਹੀ ਹੋ ਰਿਹਾ। ਉਹਦੇ ਬਾਅਦ ਹੁਣ ਫੇਰ ਅਸੀਂ ਆਲੇ ਦੁਆਲੇ ਜਿਹੜੇ ਸਾਡੇ ਮਿੱਤਰ ਦੋਸਤ ਆ ਇਸ ਇਲਾਕੇ ਦੇ ਵਿੱਚ ਆ, ਉਹਨਾਂ ਸਾਰਿਆਂ ਨੇ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਅਸਲੀ ਵਾਰਸ ਜਿਹੜਾ ਆ, ਭਾਵੇਂ ਉਹਨਾਂ ਦਾ ਜਿਹੜਾ ਤਲਾਕ ਹੋ ਗਿਆ ਸੀ ਉਹ ਬੱਚਾ ਹੀ ਬਣਦਾ, ਉਸ ਬੱਚੇ ਨੂੰ ਜਿਹੜੇ ਹੈਗੇ ਪੈਸੇ ਦਿੱਤੇ ਜਾਣੇ ਚਾਹੀਦੇ ਆ। ਤੇ ਹੁਣ ਵੀ ਅਸੀਂ ਇੱਕ ਵਾਰੀ ਉਹਨਾਂ ਦੇ ਜਿਹੜੇ ਬਾਬਾ ਜੀ ਹਨ ਉਹਨਾਂ ਨੂੰ ਜਾ ਕੇ ਕਹਾਂਗੇ ਕਿ ਅਸੀਂ ਜਿਹੜੇ ਉਹ ਪੈਸੇ ਆ ਤੁਹਾਡੇ ਜਿਹੜੇ ਪੋਤੇ ਨੂੰ ਦੇਣ ਜਾ ਰਹੇ ਆ, ਤੁਹਾਨੂੰ ਇਹਦੇ ਉੱਤੇ ਕੋਈ ਇਤਰਾਜ਼ ਤਾਂ ਨਹੀਂ ਹੈਗਾ। ਪਹਿਲਾਂ ਉਹਨਾਂ ਦੀ ਇੱਕ ਵਾਰੀ ਪ੍ਰਵਾਨਗੀ ਲੈ ਕੇ ਦੇਵਾਂਗੇ ਪੋਤੇ ਨੂੰ ਹੀ, ਉਹ ਜੋ ਵੀ ਕੁਝ ਉਹ ਕਹਿਣਗੇ ਉਹ ਤੁਹਾਨੂੰ ਇਹਦੇ ਸੰਗਤ ਟੀਵੀ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਸੁਣਾਵਾਂਗੇ ਜੀ। ਸੋ ਬਿਲਕੁਲ ਤੁਸੀਂ ਸਮਝ ਸਕਦੇ ਹੋ ਕਿ ਕਿੰਨੀ ਜ਼ਿੰਮੇਵਾਰੀ ਦੇ ਨਾਲ, ਕਿੰਨੀ ਬਰੀਕੀ ਦੇ ਨਾਲ ਇਹ ਸਾਰੇ ਕਾਰਜ ਹੋ ਰਹੇ ਨੇ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਇਸ ਸੇਵਾ ਨੂੰ ਪ੍ਰਵਾਨ ਕਰੋਗੇ ਤੇ ਇਦਾਂ ਹੀ ਸਾਨੂੰ ਭਰਵਾਂ ਸਹਿਯੋਗ ਜਿਹੜਾ ਉਹ ਦਿੰਦੇ ਰਹੋ।